ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮਹਿ ਕੋਈ ਜਾਗਤ ਰਹੈ, ਸਾਬਤ ਬਸਤ ਉਹ ਆਪਣੀ ਲਹੈ ਰਹਾਉ। ਸਗਲ ਸਹੇਲੀ ਆਪਣੈ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਮੂਸਨ ਹਾਰ ਪੰਚ ਬਟਵਾਰੇ, ਸੁਨੇ ਨਗਰ ਪਰੇ ਠਗ ਹਾਰੇ। ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ। ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਹੋਏ ਦੁਸ਼ਟ ਬਸ ਹੋਤੇ। ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਬ ਨਿਧਾਨ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਤਨ ਮਾਲ। ਰਹਾਉ ਦੂਜਾ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਆਪਾਂ ਹੁਣੇ ਪਵਿੱਤਰ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 182 182 ਅੰਗ ਦੇ ਉੱਪਰ ਸੁਭਾਇਮਾਨ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਆਰੇਰੀ ਗੌੜੀ ਰਾਗ ਦੀ ਕਿਸਮਾਂ ਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਾਨੂੰ ਜਿਹੜੇ ਅਸੀਂ ਮਾਇਆ ਦੀ ਨੀਂਦ ਦੇ ਵਿੱਚ ਸਾਡੇ ਮਨ ਸੁੱਤੇ ਪਏ ਆ ਉਹਨਾਂ ਨੂੰ ਜਗਾਉਣਾ ਚਾਹੁੰਦੇ ਆ। ਦੋ ਤਰ੍ਹਾਂ ਦੀਆਂ ਬਿਰਤੀਆਂ ਗੁਰਮੁਖ ਪਿਆਰਿਓ ਮਨੁੱਖ ਦੀਆਂ, ਇੱਕ ਧਰਮੀ ਤੇ ਇੱਕ ਆਧਰਮੀ। ਇੱਕ ਧਰਮ ਦੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਂਦਾ, ਇੱਕ ਧਰਮ ਦੇ ਨੇੜੇ ਨਹੀਂ ਆਉਂਦਾ, ਆਪਣੇ ਫਰਜ਼ਾਂ ਨੂੰ ਪਛਾਣਦਾ ਨਹੀਂ, ਆਪਣੇ ਅੰਦਰਲਾ ਕਾਰਜ ਕਰਦਾ ਨਹੀਂ। ਉਹ ਇੱਥੋਂ ਸਮਾਂ ਆਪਣਾ ਬਰਬਾਦ ਕਰਕੇ ਤਿੰਨਾਂ ਗੁਣਾਂ ਦੇ ਵਿੱਚ ਹੀ ਆਪਣੀ ਜੀਵਨ ਯਾਤਰਾ ਜਿਹੜੀ ਹੈ ਸਮਾਪਤ ਕਰਕੇ ਇੱਥੋਂ ਚਲਿਆ ਜਾਂਦਾ। ਉਹ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ। ਉਹ ਸਤਿਗੁਰ ਕੈ ਜਨਮੈ ਗਗਨ ਮਟਾਇਆ ਵਾਲਾ ਕਾਰਜ ਨਹੀਂ ਕਰ ਸਕਦਾ। ਉਹ ਗੁਰਮੁਖ ਵਾਲੀ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ। ਉਹ ਅੰਦਰੋਂ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਜੋ ਗੁਰੂ ਦੇ ਨਾਲ ਨਹੀਂ ਜੁੜਦਾ। ਸੋ ਕਰਮਾਂ ਵਾਲੇ ਆ, ਭਾਗਾਂ ਵਾਲੇ ਆ ਜਿਹੜੇ ਗੁਰੂ ਦੇ ਨਾਲ ਜੁੜਦੇ ਆ, ਜਿਨ੍ਹਾਂ ਨੂੰ ਗੁਰਬਾਣੀ ਸੁਣਨ ਸਮਝਣ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ। ਕਿਉਂਕਿ ਸਾਡੀ ਸ਼ੁਰੂਆਤ ਚੰਗੇ ਇਨਸਾਨ ਬਣਨ ਦੀ, ਧਰਮੀ ਦਾ ਅਰਥ ਹੈ ਚੰਗਾ ਇਨਸਾਨ, ਗੁਣਾਂ ਦੇ ਨਾਲ ਭਰਪੂਰ ਵਿਅਕਤੀ। ਜੇ ਅਸੀਂ ਉਹਨੂੰ ਸਿੱਖ ਵੀ ਕਹਿ ਸਕਦੇ ਹਾਂ, ਸਿੱਖਦਾ ਸਿੱਖਦਾ ਹੌਲੀ ਹੌਲੀ ਉੱਚੀ ਅਵਸਥਾ ਪ੍ਰਾਪਤ ਕਰਕੇ ਇਨਸਾਨ ਗੁਰਸਿੱਖ ਬਣ ਜਾਂਦਾ। ਭਾਈ ਸਿੱਖ ਦਾ ਅਰਥ ਹੈ ਸਿੱਖਿਆ ਲੈਣੀ। ਕਿਤੋਂ ਵੀ ਸਿੱਖਿਆ ਲਈ ਜਾ ਸਕਦੀ ਹੈ, ਕਿਸੇ ਪ੍ਰਕਾਰ ਦੀ ਵੀ ਲਈ ਜਾ ਸਕਦੀ ਹੈ। ਚੰਗੀ ਸਿੱਖਿਆ ਵੀ ਹੁੰਦੀ ਹੈ ਅਤੇ ਮਾੜੀ ਸਿੱਖਿਆ ਵੀ ਹੁੰਦੀ ਹੈ। ਸਿੱਖ ਸਾਰੇ ਹੀ ਹੁੰਦੇ ਆ ਜਿਹੜੇ ਸਿੱਖਿਆ ਲੈਂਦੇ ਆ, ਪਰ ਗੁਰਸਿੱਖ ਅਤੇ ਸਿੱਖ 'ਚ ਫਰਕ ਇਹ ਹੁੰਦਾ, ਜਿਹੜਾ ਗੁਰਸਿੱਖ ਹੋਵੇ ਉਹ ਗੁਰੂ ਦੇ ਮੁਤਾਬਕ ਚੱਲਦਾ, ਗੁਰਬਾਣੀ ਦੇ ਗਿਆਨ ਮੁਤਾਬਕ ਚੱਲਦਾ, ਅਤੇ ਜਿਹੜਾ ਦੂਜਾ ਉਹ ਸਿੱਖ ਕਿਸੇ ਦਾ ਵੀ ਹੋ ਸਕਦਾ। ਭਾਵ ਕਹਿਣ ਦਾ ਮੇਰਾ ਇਹ ਹੈ ਵੀ ਜਿਹੜਾ ਸੱਚਾ ਧਰਮੀ ਆ, ਸੱਚਾ ਸਿੱਖ ਆ, ਉਹ ਗੁਰਬਾਣੀ ਨੂੰ ਪੜ੍ਹਦਾ, ਸੁਣਦਾ, ਸਮਝਦਾ ਅਤੇ ਪ੍ਰਚਾਰਦਾ। ਅਤੇ ਬਹੁਤੀ ਵਾਰੀ ਅਸੀਂ ਮਾਇਆ ਦੇ ਜਾਂ ਗੋਲਕ ਦੇ ਸਿੱਖ ਬਣ ਕੇ ਹੀ ਰਹਿ ਜਾਂਦੇ ਹਾਂ। ਇਹਨੂੰ ਕਿਹਾ ਜਾਂਦਾ ਵੀ ਤਿੰਨਾਂ ਗੁਣਾਂ ਦੇ ਵਿੱਚ ਹੀ ਮਨੁੱਖ ਰਹਿ ਗਿਆ। ਅਗਰ ਗੁਰਬਾਣੀ ਦੇ ਨਾਲ ਜੁੜਾਂਗੇ, ਕਿਉਂਕਿ ਸਾਨੂੰ ਹੁਕਮ ਆ ਦਸ਼ਮੇਸ਼ ਪਿਤਾ ਜੀ ਨੇ ਕੀਤਾ ਹੋਇਆ, ਅਸੀਂ ਉਹ ਹੁਕਮ ਤੋਂ ਆਕੀ ਹੋਏ ਹਾਂ। ਦਸ਼ਮੇਸ਼ ਪਿਤਾ ਜੀ ਦੇ ਹੁਕਮ ਤੋਂ। ਉਹ ਕਿਹੜਾ ਹੁਕਮ ਸੀ? ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਐਸੇ ਨਗਰ, ਐਸੇ ਸਥਾਨ, ਐਸੇ ਗੁਰੂ ਘਰ ਜਿੱਥੋਂ ਸਾਨੂੰ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੁਆਰੇ ਦਾ ਮਤਲਬ ਕੀ ਹੈ? ਉੱਥੇ ਗੁਰਬਾਣੀ ਦੀ ਪ੍ਰਧਾਨਤਾ ਹੁੰਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਹੋ ਕੇ ਗੁਰੂ ਗਿਆਨ ਦੇ ਰਹੇ ਹੁੰਦੇ ਆ। ਸੋ ਆਪਾਂ ਨੂੰ ਇਹ ਅਮੋਲਕ ਸਮਾਂ ਪ੍ਰਾਪਤ ਹੋਇਆ ਗਿਆਨ ਪ੍ਰਾਪਤ ਕਰਨ ਦਾ। ਇਹ ਗਿਆਨ ਦੇ ਨਾਲ ਸਾਡੀਆਂ ਜਿਹੜੀਆਂ ਸੁਰਤੀਆਂ ਬਿਰਤੀਆਂ ਸੁੱਤੀਆਂ ਪਈਆਂ ਉਹ ਗੁਰਮੁਖ ਪਿਆਰਿਓ ਜਾਗ ਸਕਦੀਆਂ। ਇੱਕ ਨੀਂਦ ਆ ਬਾਹਰਲੀ, ਇੱਕ ਨੀਂਦ ਆ ਅੰਦਰਲੀ। ਜਿਹੜੀ ਬਾਹਰਲੀ ਨੀਂਦ ਆ ਗੁਰਮੁਖ ਪਿਆਰਿਓ, ਇਹ ਅੱਖਾਂ ਬੰਦ ਹੋਈਆਂ ਤੋਂ ਆਉਂਦੀ ਹੈ ਅਤੇ ਅੱਖਾਂ ਖੁੱਲ੍ਹੀਆਂ ਤੋਂ ਚਲੀ ਜਾਂਦੀ ਹੈ। ਇਹ ਸਰੀਰ ਦੇ ਵਾਸਤੇ ਬਹੁਤ ਜ਼ਰੂਰੀ ਹੈ ਨੀਂਦ ਆਉਣੀ, ਕਿਉਂਕਿ ਇਹਦੇ ਨਾਲ ਸਾਡੀ ਰਿਪੇਅਰ ਹੁੰਦੀ ਹੈ ਸੈੱਲਾਂ ਦੀ, ਸਰੀਰ ਦੀ। ਇੱਕ ਹੈ ਆਤਮਿਕ ਨੀਂਦ। ਇਹ ਨੀਂਦ ਐਸੀ ਆ ਗੁਰਮੁਖ ਪਿਆਰਿਓ, ਜਿਹੜੀ ਮਨੁੱਖ ਨੂੰ ਜਦੋਂ ਜਨਮ ਲੈਂਦਾ ਉਦੋਂ ਹੀ ਆ ਜਾਂਦੀ ਹੈ। ਇਹਨੂੰ ਮਾਇਆ ਦੀ ਨੀਂਦ ਕਹਿੰਦੇ ਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦੇ ਦੇਸ਼ ਦੇ ਵਿੱਚ ਆ ਗਿਆ, ਮਾਤਾ ਦੇ ਗਰਭ ਦੇ ਵਿੱਚੋਂ ਜਨਮ ਹੋ ਗਿਆ ਮਨੁੱਖ ਦਾ। ਗੁਰਬਾਣੀ ਇਹਨੂੰ ਜਨਮ ਜਾਣੀ ਜਿਹੜਾ ਅਸਲੀ ਆ ਉਹ ਨਹੀਂ ਮੰਨਦੀ। ਇੱਥੇ ਸਾਰਿਆਂ ਦੇ ਹੀ ਹੁੰਦੇ ਆ ਜਨਮ, ਤਾਂ ਭਾਈ ਮਨਮੁੱਖਾਂ ਦੇ ਵੀ ਹੁੰਦੇ ਆ, ਗੁਰਮੁਖਾਂ ਦੇ ਵੀ ਹੁੰਦੇ ਆ। ਭਾਵ ਕਿ ਮਾਤਾ ਦੇ ਪੇਟ 'ਚੋਂ ਬਾਹਰ ਆ ਗਿਆ।
ਹੁਣ ਮਾਇਆ ਦੇ ਪੇਟ ਦੇ ਵਿੱਚ ਆ ਗਿਆ, ਮਾਇਆ ਨੇ ਸਮਾ ਦਿੱਤਾ। ਆਪਾਂ ਪੜ੍ਹਦੇ ਆ ਨਾ ਜਪਜੀ ਸਾਹਿਬ ਅਖੀਰ ਦੇ ਵਿੱਚ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਸਾਰਾ ਜਗਤ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਸੁੱਤਾ ਹੀ ਸਾਰੇ ਕੰਮ ਕਰੀ ਜਾਂਦਾ ਹੈ। ਇਹ ਨੀਂਦ ਐਸੀ ਹੈ, ਬਚਪਨ ਤੋਂ ਆ ਕੇ ਅਖੀਰ ਤੇ ਜਦੋਂ ਸਮਾਂ ਐਨ ਨੇੜੇ ਆ ਜਾਂਦਾ, ਕਹਿੰਦੇ ਉਦੋਂ ਅੱਖ ਖੁੱਲ੍ਹਦੀ ਹੈ ਅਤੇ ਉਦੋਂ ਫਿਰ ਜਦੋਂ ਬੰਦੇ ਨੂੰ ਉਦੋਂ ਕੁਛ ਕਰ ਨਹੀਂ ਸਕਦਾ ਬਿਨਾਂ ਪਛਤਾਵੇ ਤੋਂ। ਅਤੇ ਗੁਰਬਾਣੀ ਹੈ ਜਿਹੜੀ, ਇਹ ਰਹਿੰਦੇ ਸਮੇਂ ਮਨੁੱਖ ਨੂੰ ਜਗਾਉਣਾ ਚਾਹੁੰਦੀ ਹੈ। ਗੁਰੂ ਸਾਹਿਬਾਨ ਸਾਨੂੰ ਮਾਇਆ ਦੀ ਨੀਂਦ ਦੇ ਵਿੱਚੋਂ ਜਗਾਉਣਾ ਚਾਹੁੰਦੇ ਆ। ਗੁਰੂ ਦੇ ਸਿੱਖ ਜਿਹੜੇ ਗੁਰਬਾਣੀ ਦੇ ਪ੍ਰਚਾਰਕ ਆ, ਗੁਰਬਾਣੀ ਨੂੰ ਪੜ੍ਹਦੇ ਸੁਣਦੇ ਸਮਝਦੇ ਆ, ਜਾਂ ਕਹਿ ਲਈਏ ਜਿਹੜੇ ਜਾਗੇ ਹੋਏ ਆ, ਉਹ ਵੀ ਇਹੀ ਕੰਮ ਕਰਦੇ ਆ, ਸਾਨੂੰ ਜਗਾਉਣਾ ਚਾਹੁੰਦੇ ਆ। ਪਰ ਦੂਜੇ ਪਾਸੇ ਜਿਹੜਾ ਪੁਜਾਰੀਵਾਦ ਆ ਨਾ, ਧਰਮ ਦੇ ਵਿੱਚ ਬੜਿਆ ਹੋਇਆ, ਇਹ ਸਾਨੂੰ ਸਮਾਉਣਾ ਚਾਹੁੰਦਾ। ਇੱਕ ਸਾਨੂੰ ਤਬਕਾ ਜਗਾਉਣਾ ਚਾਹੁੰਦਾ ਗੁਰਮੁਖਾਂ ਦਾ, ਇੱਕ ਤਬਕਾ ਸਾਨੂੰ ਪੁਜਾਰੀ ਦਾ ਸਮਾਉਣਾ ਚਾਹੁੰਦਾ। ਕਿਉਂਕਿ ਸੁੱਤੇ ਤੋਂ ਬਿਨਾਂ ਲੁੱਟਿਆ ਨਹੀਂ ਜਾ ਸਕਦਾ। ਜੇ ਸੌਵਾਂਗੇ ਫੇਰ ਹੀ ਸਾਨੂੰ ਲੁੱਟਿਆ ਜਾ ਸਕਦਾ, ਜੇ ਜਾਗਦੇ ਹੋਵਾਂਗੇ ਫਿਰ ਕਿਵੇਂ ਲੁੱਟੇ ਜਾ ਸਕਦੇ ਆ। ਗੁਰਬਾਣੀ ਤੇ ਗੁਰੂ ਦੇ ਪਿਆਰੇ ਸਿੱਖ ਇਹ ਹਮੇਸ਼ਾ ਮਨੁੱਖ ਨੂੰ ਨੀਂਦ ਤੋਂ ਜਗਾਉਂਦੇ ਹਨ। ਅਤੇ ਨੀਂਦ ਤੋਂ ਜਗਾਉਂਦਾ ਜਿਹੜਾ ਬੰਦਾ, ਹੁਣ ਆਪਾਂ ਇਹ ਦੇਖ ਲਈਏ ਵੀ ਮੰਨ ਲਓ ਆਪਣਾ ਬੱਚੇ ਨੂੰ ਨੀਂਦ ਤੋਂ ਜਗਾਉਣਾ ਤਾਂ ਉਹ ਕੁੜਕੁੜ ਕਰੂਗਾ, ਉਹ ਲੱਤਾਂ ਬਾਹਾਂ ਵੀ ਮਾਰੂਗਾ, ਉਹ ਗਾਲਾਂ ਵੀ ਕੱਢੂਗਾ, ਪਰ ਕੀ ਉਹਨੂੰ ਜਗਾਉਣਾ ਛੱਡ ਦਿੱਤਾ ਜਾਵੇ? ਮਾਂ ਹਟਦੀ ਨਹੀਂ, ਫਿਰ ਜਗਾਉਂਦੀ ਹੈ, ਫਿਰ ਜਗਾਉਂਦੀ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ, ਗੁਰਬਾਣੀ ਤੋਂ ਅਸੀਂ ਪਾਸਾ ਵੱਟਦੇ ਹਾਂ। ਅਸੀਂ ਜਗਾਉਣ ਵਾਲੇ ਦੇ ਮਗਰ ਪੈਂਦੇ ਹਾਂ ਵੀ ਕਿਉਂ ਜਗਾਇਆ ਜਾਂਦਾ ਸਾਨੂੰ, ਪਰ ਸਾਨੂੰ ਇਹ ਪਤਾ ਨਹੀਂ ਵੀ ਅਸੀਂ ਲੁੱਟੇ ਜਾ ਰਹੇ ਹਾਂ। ਅਗਿਆਨਤਾ ਦੀ ਨੀਂਦ ਆ। ਜਿਹੜਾ ਗੁਰਬਾਣੀ ਦੇ ਤੀਰਾਂ ਨੂੰ ਝੱਲ ਗਿਆ, ਜਿਹੜਾ ਗੁਰਬਾਣੀ ਦੇ ਬਚਨਾਂ ਨੂੰ, ਤਿੱਖੇ ਬਚਨਾਂ ਨੂੰ ਸੁਣ ਗਿਆ, ਉਹਦਾ ਫਾਇਦਾ ਕੀ ਹੋਵੇਗਾ? ਉਹ ਆਤਮਿਕ ਤੌਰ 'ਤੇ ਜਾਗ ਪਵੇਗਾ। ਜੇ ਅਸੀਂ ਭਾਵ ਕਹਿਣ ਦਾ ਗੁਰੂ ਨਾਲ ਜੁੜ ਜਾਵਾਂਗੇ, ਗੁਰਬਾਣੀ ਨਾਲ ਜੁੜ ਜਾਵਾਂਗੇ, ਤਾਂ ਅਸੀਂ ਦੇਵਤੇ ਬਣ ਜਾਵਾਂਗੇ। ਦੇਵਤੇ ਕਦੇ ਮਨੁੱਖ ਤੋਂ ਲੁੱਟੇ ਨਹੀਂ ਜਾ ਸਕਦੇ। ਚੋਰਾਂ ਤੋਂ ਦੇਵਤੇ ਲੁੱਟੇ ਨਹੀਂ ਜਾ ਸਕਦੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਪਰ ਅਫਸੋਸ, ਅਸੀਂ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਇਹ ਛੱਡ ਦਿੱਤਾ। ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਦਿੰਦਾ, ਮੈਂ ਮੰਨਦਾ, ਮੇਰਾ ਮੰਨਣਾ ਇਹ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ। ਕਿਉਂਕਿ ਅਗਰ ਬੱਚਿਆਂ ਨੂੰ ਗਰਾਊਂਡ ਹੋਵੇਗਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਕਿਉਂ ਨਹੀਂ ਖੇਡਦੇ। ਅਗਰ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦੇਣ ਦਾ ਪ੍ਰਬੰਧ ਕਰਾਂਗੇ, ਕੋਈ ਚੰਗਾ ਇਨਸਾਨ, ਕੋਈ ਪੜ੍ਹਿਆ ਲਿਖਿਆ ਬੰਦਾ, ਕੋਈ ਦੇਖ ਕੇ, ਸੋਚ ਕੇ, ਸਮਝ ਕੇ, ਵਿਚਾਰ ਕੇ ਕੋਈ ਮੁਖੀ ਬਣਾਵਾਂਗੇ, ਫਿਰ ਅਸੀਂ ਬੱਚਿਆਂ ਨੂੰ ਕਹਿ ਸਕਦੇ ਹਾਂ ਵੀ ਗੁਰਬਾਣੀ ਦੀ ਸਿੱਖਿਆ ਕਿਉਂ ਨਹੀਂ ਲੈਂਦੇ ਭਾਈ। ਹੁਣ ਦਰਦ ਆ ਜਿਹੜਾ, ਉਹ ਮਾਂ ਵਾਂਗੂ ਆ। ਉਹ ਗੁਰਮੁਖ ਪਿਆਰੇ ਗਾਲਾਂ ਖਾ ਕੇ ਵੀ ਚੰਗਾ ਕੰਮ ਕਰਦੇ ਰਹਿਣਗੇ, ਜਗਾਉਂਦੇ ਰਹਿਣਗੇ, ਪਰ ਇਹ ਕੁੱਤੇ ਖਾਣੀ ਹੁੰਦੀ ਰਹੇਗੀ। ਕਿਉਂ? ਕਿਉਂਕਿ ਉਹ ਦੂਜਾ ਪਾਸਾ ਜਿਹੜਾ ਸਮਾਉਣ ਵਾਲਿਆਂ ਦੀ ਜਿਹੜੀ ਤਾਕਤ ਆ ਉਹ ਜ਼ਿਆਦਾ, ਅਤੇ ਜਗਾਉਣ ਵਾਲਿਆਂ ਦੀ ਤਾਕਤ ਘੱਟ ਆ। ਜ਼ਿਆਦਾਤਰ ਕੀ ਹੁੰਦਾ, ਜਿਹੜਾ ਬੰਦਾ ਜਗਾਉਂਦਾ ਉਹਦੇ ਹੀ ਜਦੋਂ ਮਗਰ ਪੈ ਜਾਂਦੇ, ਅਗਲਾ ਪਾਸੇ ਹਟ ਜਾਂਦਾ। ਅਗਲਾ ਕਹਿੰਦਾ ਆਰਾਮ ਨਾਲ ਬਹਿ ਜਾਓ। ਇਹ ਕਾਰਜ ਆ ਆਪਣੇ ਆਪ ਕਰਨ ਵਾਲਾ। ਗੁਰਬਾਣੀ ਦਾ ਗਿਆਨ ਅਸੀਂ ਖੁਦ ਵੀ ਲੈਣਾ ਅਤੇ ਅੱਗੇ ਵੀ ਪ੍ਰਚਾਰ ਕਰਨਾ ਇਹਦਾ। ਆਪਣੇ ਗਾਂ ਬੱਚਿਆਂ ਨੂੰ, ਆਪਣੇ ਆਂਢ ਗੁਆਂਢ ਨੂੰ, ਨਗਰ ਦੇ ਵਿੱਚ ਵੀ ਸਾਡਾ ਫਰਜ਼ ਬਣਦਾ। ਇਸ ਨਗਰ ਦਾ ਖਾਧਾ, ਇਸ ਮਿੱਟੀ ਦਾ ਸਾਡੇ 'ਤੇ ਅਹਿਸਾਨ ਆ। ਇਸ ਨਗਰ ਦੇ ਬੱਚਿਆਂ ਨੂੰ ਗਿਆਨਵਾਨ ਕਰਨਾ ਵੀ ਸਾਡਾ ਮੁੱਢਲਾ ਫਰਜ਼ ਹੈ। ਗੁਰਮੁਖ ਪਿਆਰਿਓ, ਗਿਆਨਵਾਨ ਕਿਉਂ ਨਹੀਂ ਕੀਤਾ ਜਾ ਰਿਹਾ? ਜਿਵੇਂ ਕੋਈ ਗਧੇ ਦੇ ਉੱਪਰ, ਖੋਤੇ ਦੇ ਉੱਪਰ ਚੜ੍ਹ ਕੇ ਜਾ ਰਿਹਾ ਸੀ। ਕੋਈ ਬੰਦਾ ਗਿਆਨੀ ਸੀ, ਪੜ੍ਹਾਉਣ ਜਾਂਦਾ ਸੀ, ਅਤੇ ਇੱਕ ਦਿਨ ਖੋਤਾ ਅੜ ਗਿਆ। ਖੋਤਾ ਕਹਿੰਦਾ ਵੀ ਦੱਸ ਮੈਨੂੰ ਕਿੱਥੇ ਚੱਲੇ ਆ? ਉਹ ਕਹਿੰਦਾ ਵੀ ਮੈਂ ਨਹੀਂ ਦੱਸ ਸਕਦਾ, ਤੂੰ ਆਪਣਾ ਕੰਮ ਕਰੀ ਚੱਲ। ਕਹਿੰਦਾ ਵੀ ਨਹੀਂ, ਮੈਂ ਤਾਂ ਤੁਰੂੰ, ਪਹਿਲਾਂ ਦੱਸ ਮੈਨੂੰ ਕਿੱਥੇ ਚੱਲਿਆ। ਉਹ ਕਹਿੰਦਾ ਆਪਾਂ ਗਿਆਨ ਦੇਣ ਚੱਲੇ ਆ, ਬੱਚਿਆਂ ਨੂੰ ਪੜ੍ਹਾਉਣ ਚੱਲੇ ਆ। ਉਹ ਕਹਿੰਦਾ ਫਿਰ ਮੈਨੂੰ ਵੀ ਪੜ੍ਹਾ।
ਉਹ ਕਹਿੰਦਾ ਵੀ ਤੈਨੂੰ ਨਹੀਂ ਪੜ੍ਹਾ ਸਕਦਾ। ਉਹ ਕਹਿੰਦਾ ਵੀ ਗੱਲ ਕੀ, ਦੱਸ ਮੈਨੂੰ ਕਿਉਂ ਨਹੀਂ ਪੜ੍ਹਾ ਸਕਦਾ। ਕਹਿੰਦਾ ਪਤੰਦਰਾ ਜੇ ਤੈਨੂੰ ਪੜ੍ਹਾਤਾ ਮੈਂ ਸਵਾਰੀ ਕਿਹਦੇ ਤੇ ਕਰੂੰ। ਇਸ ਕਰਕੇ ਜੇ ਗੁਰੂ ਦਾ ਗਿਆਨ ਸਾਰੇ ਆ ਗਿਆ, ਫਿਰ ਆ ਜਿਹੜੇ ਪੁਜਾਰੀ ਬਾਦ ਤੁਰੇ ਫਿਰਦੇ ਆ ਇਹ ਕਿਵੇਂ ਲੁੱਟਣਗੇ, ਇਹ ਕਿਹਦੇ ਤੇ ਸਵਾਰੀ ਕਰਨਗੇ। ਇਸ ਕਰਕੇ ਗੁਰੂ ਦਾ ਗਿਆਨ ਦੱਬ ਦਿੱਤਾ ਗਿਆ। ਕਰਮਾਂ ਭਾਗਾਂ ਵਾਲੇ ਆ ਭਾਈ ਜਿੱਥੇ ਗੁਰੂ ਦਾ ਗਿਆਨ ਪ੍ਰਚਲਿਤ ਹੁੰਦਾ, ਪ੍ਰਕਾਸ਼ ਹੁੰਦਾ। ਸਾਡੇ ਸਾਰੇ ਦੁੱਖਾਂ ਦਾ ਕਾਰਨ ਹਰ ਮਨੁੱਖ ਦੇ, ਹਰ ਕੌਮ ਦੇ, ਸਾਡੇ ਵਾਸਤੇ ਤਾਂ ਬਹੁਤ ਜ਼ਰੂਰੀ ਹੈ, ਸਿੱਖ ਕੌਮ ਦੇ ਵਾਸਤੇ ਗੁਰੂ ਤੋਂ ਦੂਰ ਹੋ ਜਾਣਾ। ਬਸ ਗੁਰੂ ਤੋਂ ਦੂਰੀ ਪੈ ਗਈ ਤੇ ਸਮਝ ਲਓ ਸਾਨੂੰ ਬੇਅਕਲ ਹੋ ਗਏ, ਅਕਲ ਨਹੀਂ ਆਈ, ਗਿਆਨ ਨਹੀਂ ਆਇਆ ਤੇ ਸਮਝ ਲਓ ਮਨੁੱਖ ਲੁੱਟਿਆ ਗਿਆ, ਸੌਂ ਗਿਆ ਮਾਇਆ ਦੀ ਨੀਂਦ ਦੇ ਵਿੱਚ। ਕਿਉਂਕਿ ਹਾਂ, ਜਾਗਣ ਦਾ ਇੱਕੋ ਇੱਕ ਤਰੀਕਾ, ਅਸੀਂ ਸੁੱਤੇ ਕਿਉਂ ਆ, ਗੁਰਬਾਣੀ ਤੋਂ ਦੂਰ ਹੋ ਗਏ, ਆਪਦੇ ਪਿਓ ਦੇ ਕੋਲੇ ਨਹੀਂ ਬੈਠੇ। ਉਹ ਤਾਂ ਕਹਿੰਦੇ ਆ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭੌਕੇਹਾ ਕਾੜਾ ਜੀਓ, ਤੂੰ ਹੀ ਮੇਰਾ ਗੁਰੂ ਆ, ਤੂੰ ਹੀ ਮੇਰਾ ਸਾਰਾ ਕੁਛ ਆ। ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਤੇ ਨਾਜ਼ਰ ਵੀ ਕਹਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕਦੇ ਬੈਠੇ ਨਹੀਂ, ਬੁੱਕਲ ਦੇ ਵਿੱਚ ਕਦੇ ਬੈਠੇ ਨਹੀਂ, ਕਦੇ ਆਪਣੇ ਸਕੇ ਬਾਪ ਨੂੰ ਬੁਲਾਉਣ ਦੀ ਖੁਦ ਕੋਸ਼ਿਸ਼ ਕੀਤੀ ਨਹੀਂ। ਬਾਪ ਨੂੰ ਬੁਲਾਉਣ ਦੇ ਵਾਸਤੇ ਨੌਕਰ ਰੱਖੇ ਹੋਏ ਆ, ਬਾਪ ਦੀ ਸੇਵਾ ਦੇ ਵਾਸਤੇ, ਤੇ ਕਿੱਥੋਂ ਸਾਨੂੰ ਗਿਆਨ ਆ ਜਾਊਗਾ ਭਾਈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਸੋਝੀ ਮਿਲਦੀ ਹੈ, ਗਿਆਨ ਮਿਲਦਾ। ਜੇ ਦੁਆਰੇ ਗੁਰੂ ਨਾਲ ਦੇਖੋ, ਗੁਰੂ ਤੋਂ ਟੁੱਟ ਗਏ ਤਾਰ, ਦੋ ਤਾਰਾਂ ਦੇ ਨਾਲ ਬਲਬ ਜਗਦਾ। ਮੰਨ ਲਓ ਇੱਕ ਤਾਰ ਕਰੰਟ ਵਾਲੀ ਟੁੱਟ ਗਈ ਤੇ ਬਲਬ ਬੰਦ, ਸਾਰਾ ਕੁਛ ਹੈ। ਦੁਬਾਰੇ ਤਾਰ ਜੋੜ ਦਿੱਤੀ ਜਾਵੇ ਤਾਂ ਸਾਰੀ ਫਿਟਿੰਗ ਉਸੇ ਤਰ੍ਹਾਂ, ਸਾਰਾ ਕੁਝ ਉਸੇ ਤਰ੍ਹਾਂ, ਦੁਬਾਰੇ ਪ੍ਰਕਾਸ਼ ਹੋ ਸਕਦਾ, ਦੁਬਾਰੇ ਚਾਨਣ ਹੋ ਸਕਦਾ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਰ ਇੱਕ ਨਾਲ ਗੱਲਾਂ ਕਰਦੇ ਸੀ। ਇੱਕ ਵਾਰੀ ਦੀ ਗੱਲ ਆ, ਉਹ ਜਾਂਦੇ ਸੀ, ਜਦੋਂ ਜਾਂਦੇ ਸੀ ਉਦਾਸੀਆਂ ਦੇ ਉੱਪਰ, ਤਾਂ ਇੱਕ ਰਸਤੇ ਦੇ ਵਿੱਚ ਛੱਪੜ ਆਇਆ, ਪੱਬਰ ਜਿਹਨੂੰ ਕਿਹਾ ਗਿਆ ਜਾਂਦਾ, ਤੇ ਉੱਥੇ ਬੜੇ ਸੋਹਣੇ ਫੁੱਲ, ਬੜਾ ਸੋਹਣਾ ਪਾਣੀ ਸਾਫ਼। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਚਲੇ ਗਏ ਅੱਗੇ ਪ੍ਰਚਾਰਕ ਦੌਰੇ ਤੇ। ਜਦੋਂ ਕਾਫੀ ਦੇਰ ਬਾਅਦ ਵਾਪਸ ਮੁੜ ਕੇ ਆਏ ਨਾ, ਉਸ ਛੱਪੜ ਦੇ ਵਿੱਚੋਂ ਫੁੱਲ ਸਾਰੇ ਗਾਇਬ, ਪਾਣੀ ਸੋਹਣਾ ਸੀ ਜਿਹੜਾ ਉਹ ਗੰਦਾ ਹੋ ਚੁੱਕਿਆ ਸੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਛੱਪੜ ਦੇ ਨਾਲ ਗੱਲਾਂ ਕੀਤੀਆਂ ਵੀ ਕਾਰਨ ਕੀ ਹੈ। ਗੁਰਬਾਣੀ ਦੇ ਵਿੱਚ ਦਰਜ ਆ ਉਹ ਸ਼ਬਦ ਕੀ ਹੈ, ਪੱਬਰ ਤੂੰ ਹਰੀ ਆਵਲਾ ਕਬਲਾ ਕੰਚਨ ਵਨ। ਗੁਰੂ ਨਾਨਕ ਸੱਚੇ ਪਾਤਸ਼ਾਹ ਛੱਪੜ ਦੇ ਕਿਨਾਰੇ ਤੇ ਬੈਠ ਕੇ ਕਹਿੰਦੇ, ਸੋਚ ਕੇ ਕਹਿੰਦੇ, ਪੱਬਰ ਦਾ ਮਤਲਬ ਹੈ ਛੱਪੜ, ਤੂੰ ਹਰੀ ਆਵਲਾ, ਤੂੰ ਤਾਂ ਹਰਿਆ ਭਰਿਆ ਸੀ, ਤੇਰੇ ਵਿੱਚ ਤਾਂ ਕਮਲ ਦੇ ਫੁੱਲ ਸੀ, ਪਾਣੀ ਤੇਰੇ ਜਾਨਵਰ ਪੰਛੀ ਆ ਕੇ ਪੀਂਦੇ ਸੀ, ਤੂੰ ਤਾਂ ਇੰਨਾ ਸੋਹਣਾ ਸੀ, ਕੀ ਗੱਲ ਹੋ ਗਈ। ਕਬਲਾ ਕੰਚਨ ਵਨ, ਕਿੰਨੇ ਸੋਹਣੇ ਕਮਲ ਦੇ ਫੁੱਲ ਤੇਰੇ ਵਿੱਚ ਖਿੜੇ ਹੋਏ ਸੀ। ਕੈ ਦੋਖੜੈ ਸੜਿਓ ਹੈ ਕਾਲੀ ਹੋਈਐ ਦੇਹੋਰੀ, ਨਾਨਕ ਮੈਂ ਤਨ ਭੰਗ। ਕੈ ਦੋਖੜੈ, ਤੈਨੂੰ ਕਿਹੜਾ ਭਾਈ ਦੁੱਖ ਲੱਗ ਗਿਆ। ਛੱਪੜ ਨਾਲ ਗੱਲਾਂ ਹੋ ਰਹੀਆਂ, ਸੜਿਓ ਹੈ, ਕਿਉਂ ਅੰਦਰੋਂ ਸੜ ਗਿਆ, ਕਿਉਂ ਤੇਰੇ ਅੰਦਰੋਂ ਸਮੈਲ ਦੀ ਥਾਂ ਤੇ ਮੁਸ਼ਕ ਆਉਣ ਲੱਗ ਗਿਆ, ਤੇਰੇ ਫੁੱਲਾਂ ਦੀ ਥਾਂ ਤੇ ਕਿਉਂ ਤੇਰੇ ਅੰਦਰ ਕੰਡੇ ਪੈਦਾ ਹੋ ਗਏ, ਕਿਉਂ ਬੁਰਾਈਆਂ ਆ ਗਈਆਂ, ਕਾਹਤੋਂ ਸੜਿਆ ਪਿਆ, ਕਾਲੀ ਹੋਈ ਆ ਦੇਹਰੀ। ਇਹ ਸਾਰਾ ਰੰਗ ਜਿਹੜਾ ਤੇਰਾ ਪਾਣੀ ਦਾ ਇਹ ਕਾਲਾ ਹੋਇਆ ਪਿਆ, ਕਿੰਨਾ ਸੋਹਣਾ ਸੀ। ਫਿਰ ਅੱਗੋਂ ਛੱਪੜ ਆ ਜਿਹੜਾ ਪੱਬਰ ਜਵਾਬ ਦਿੰਦਾ, ਕਹਿੰਦਾ ਨਾਨਕ ਮੈਂ ਤਨ ਭੰਗ, ਮੇਰੇ ਤਨ ਦੇ ਵਿੱਚ ਭੰਗਣਾ ਪੈ ਗਈ, ਮੇਰੇ ਤੋਂ ਇੱਕ ਗਲਤੀ ਹੋ ਗਈ। ਛੱਪੜ ਕਹਿੰਦਾ, ਗੁਰੂ ਬਾਬਾ ਜੀ ਕਹਿੰਦੇ ਕੀ, ਕਹਿੰਦੇ ਜਾਣਾ ਪਾਣੀ ਨਾ ਲਹਾਂ ਜੈਸੇ ਤੀ ਮੇਰਾ ਸੰਗ। ਜਿੱਥੋਂ ਮੈਨੂੰ ਪਾਣੀ ਆਉਂਦਾ ਸੀ, ਅੱਗੇ ਨਿਕਲਦਾ ਸੀ, ਮੈਂ ਸਾਫ਼ ਸੀ, ਉਹ ਨਾ ਲਹਾਂ, ਮੈਂ ਉੱਥੋਂ ਟੁੱਟ ਗਿਆ। ਭਾਵ ਜਿਹੜਾ ਮੇਰਾ ਸੋਰਸ ਸੀ, ਸਮੁੰਦਰ ਸੀ, ਉਹ ਤੋਂ ਮੈਂ ਟੁੱਟ ਗਿਆ। ਜੈ ਸੇਤੀ ਮੇਰਾ ਸੰਗ, ਉਹਦਾ ਮੈਂ ਸੰਗ ਨਹੀਂ ਕੀਤਾ।
ਜਿਤ ਡਿਠੈ ਤਨ ਪਰ ਫੁੜੈ ਚੜ੍ਹੈ ਚਬੱਗਣ ਬੰਨ। ਕਿਉਂਕਿ ਜਿੰਨਾ ਚਿਰ ਤਾਂ ਮੈਂ ਜੁੜਿਆ ਸੀ ਉਹਨਾਂ ਚਿਰ ਤਾਂ ਚਬੱਗਣ ਬੰਨ, ਸਾਰਾ ਨਵੇਂ ਨਵੇਂ ਰੰਗ ਚੜ੍ਹਦੇ ਸੀ, ਪਿੱਛੋਂ ਪਾਣੀ ਆਉਂਦਾ ਸੀ ਅੱਗੇ ਨਿਕਲ ਜਾਂਦਾ ਸੀ। ਕਾਰਨ ਕੀ ਹੋ ਗਿਆ? ਮੈਂ ਉੱਥੋਂ ਟੁੱਟ ਗਿਆ, ਸੜ ਗਿਆ, ਸਾਰੇ ਖਤਮ ਹੋ ਗਿਆ ਸਾਰਾ ਕੁਝ। ਹੁਣ ਇਹ ਆਪਣੇ ਤੇ ਟਿਕਾਓ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਕਨੈਕਸ਼ਨ ਟੁੱਟ ਗਿਆ, ਇਸ ਕਰਕੇ ਮੈਂ ਸੜ ਗਿਆ, ਇਸ ਕਰਕੇ ਮੇਰੇ ਅੰਦਰ ਜਿਹੜੇ ਕਮਲ ਫੁੱਲ ਵਰਗੇ ਗੁਣ ਪੈਦਾ ਹੋਣੇ ਸੀ ਉਹ ਰਹਿ ਗਏ, ਔਗਣਾਂ ਦੇ ਨਾਲ ਮੈਂ ਭਰ ਗਿਆ, ਮੇਰੇ ਅੰਦਰ ਖੇੜਾ ਵਿਗਾਸ ਖਤਮ ਹੋ ਗਿਆ। ਆਹ ਸਾਡੇ ਨਾਲ ਹੋਈ ਹੈ ਭਾਈ। ਤੇ ਹੁਣ ਦੁਬਾਰੇ ਕਿਵੇਂ ਠੀਕ ਹੋਵਾਂਗੇ? ਤੇ ਜੇ ਅਸੀਂ ਦੁਬਾਰੇ ਫੇਰ ਗੁਰੂ ਦੇ ਨਾਲ ਜੁੜ ਜਾਵਾਂਗੇ। ਭਾਈ ਵੀਰ ਸਿੰਘ ਜੀ ਲਿਖਦੇ ਆ, ਜਿਹੜੇ ਮਹਾਨ ਕਵੀ ਸ਼੍ਰੋਮਣੀ ਕਵੀ ਹੋਏ ਆ ਆਪਣੇ ਸਿੱਖ ਧਰਮ ਦੇ, ਕਹਿੰਦੇ ਸਾਬਣ ਲਾ ਲਾ ਧੋਤਾ ਕੋਇਲਾ, ਦੁੱਧ ਦਹੀਂ ਵਿੱਚ ਪਾਇਆ। ਕਹਿੰਦੇ ਇੱਕ ਵਾਰੀ ਦੀ ਗੱਲ ਆ ਭਾਈ, ਭੱਠੀ ਦੇ ਵਿੱਚ ਕੋਲੇ ਸੀ, ਬੜੇ ਲਾਲੀਆਂ ਸੀ, ਬੜੇ ਉਹਨਾਂ ਦੇ ਉੱਪਰ ਰੰਗ ਸੀ, ਬੜੇ ਚਮਕਦੇ ਸੀ। ਉਹ ਹੋਇਆ ਕਿ ਇੱਕ ਕੋਲਾ ਬਾਹਰ ਡਿੱਗ ਪਿਆ। ਭੱਠੀ ਦੇ ਵਿੱਚ ਲਾਲੀਆਂ ਸੀ, ਭੱਠੀ ਤੋਂ ਬਾਹਰ ਡਿੱਗ ਪਿਆ ਇੱਕ ਕੋਲਾ। ਜਦੋਂ ਉਹ ਕੋਲਾ ਬਾਹਰ ਡਿੱਗਿਆ, ਉਹਨੂੰ ਦੁਬਾਰੇ ਲਾਲੀ ਚਾੜਨ ਵਾਸਤੇ ਕੀ ਕਰਨਾ ਪਏਗਾ? ਦੁਬਾਰੇ ਭੱਠੀ ਦੇ ਵਿੱਚ ਪਾਉਣਾ ਪਊਗਾ। ਹੋਰ ਕੋਈ ਤਰੀਕਾ ਤਾਂ ਨਹੀਂ, ਕੋਈ ਕਰਮਕਾਂਡਾਂ ਦੇ ਨਾਲ। ਹੁਣ ਗੁਰੂ ਤੋਂ ਟੁੱਟਿਆ ਬੰਦਾ, ਗੁਰੂ ਦੇ ਨਾਲ ਹੀ ਜੁੜਨਾ ਪਵੇਗਾ, ਹੋਰ ਤਾਂ ਨਹੀਂ ਕੋਈ ਕੰਮ ਰਹਿ ਗਿਆ ਵਿਚਾਲੇ। ਹੁਣ ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਲਾ ਧੋਤਾ ਕੋਇਲਾ, ਦੁੱਧ ਦਹੀਂ ਵਿੱਚ ਪਾਇਆ। ਬੜਾ ਸਾਬਣ ਲਾ ਲਾ ਧੋਤਾ, ਉਹ ਕੋਲਾ ਜਿਹੜਾ ਬਾਹਰ ਡਿੱਗ ਪਿਆ ਸੀ, ਦੁੱਧ ਦੇ ਵਿੱਚ ਡਬੋ ਦੇਖਿਆ ਫਿਰ ਵੀ ਕਾਲਾ, ਦਹੀਂ ਦੇ ਵਿੱਚ ਨਮਾਇਆ ਫਿਰ ਵੀ ਕਾਲਾ, ਉਹਦਾ ਰੰਗ ਫੜਿਆ ਹੀ ਨਹੀਂ ਉਹਨੇ ਉਹੋ ਜਿਹਾ। ਖੁੰਬੇ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਬਟਾਇਆ। ਫਿਰ ਉਹਨੂੰ ਕੋਲੇ ਨੂੰ ਰੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਫਿਰ ਵੀ ਉਹਦਾ ਰੰਗ ਦਾ ਫਰਕ ਨਹੀਂ ਪਿਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਪਰ ਜਿਹੜੀ ਉਹ ਕਾਲਸ ਕੋਲੇ ਦੇ ਵਿੱਚ ਅੰਦਰ ਤੱਕ ਆ ਗਈ ਸੀ, ਉਹਦਾ ਕਾਰਨ ਇਹ ਸੀ, ਵਿਛੜ ਗਿਆ ਸੀ ਉਹ। ਕਿੱਥੋਂ? ਭੱਠੀ ਤੋਂ, ਅੱਗ ਤੋਂ। ਅੱਗ ਦੇ ਵਿੱਚ ਲਾਲੀਆਂ ਸੀ, ਉਹ ਅੱਗ ਤੋਂ ਵਿਛੜ ਗਿਆ ਸੀ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਨਾਲ ਲਾ ਕੇ ਦੇਖੋ, ਚੜ੍ਹਦਾ ਰੂਪ ਸਵਾਇਆ। ਅੰਗ ਅੱਗ ਨਾਲ ਲਾ ਕੇ ਦੇਖੋ। ਕਹਿੰਦੇ ਦੁਬਾਰੇ ਇਹ ਨੁਕਤਾ ਹੈ ਕਿ ਜੁਗਤੀ ਹੈ। ਭਾਵੇਂ ਟੱਕਰਾਂ ਜਿੰਨੀਆਂ ਮਰਜ਼ੀ ਮਾਰੀ ਜਾਓ, ਕਰਮਕਾਂਡ ਜਿੰਨੇ ਮਰਜ਼ੀ ਕਰੀ ਜਾਓ, ਮਨ ਸਾਫ਼ ਨਹੀਂ ਹੋਣਾ, ਮਨ ਤੇ ਲਾਲੀਆਂ ਨਹੀਂ ਚੜ੍ਹਨੀਆਂ। ਇਸੇ ਤਰ੍ਹਾਂ ਭਾਈ ਵੀਰ ਸਿੰਘ ਜੀ ਸਮਝਾਉਂਦੇ ਆ, ਭਾਈ ਬਹੁਤ ਕੁਝ ਕੀਤਾ, ਹੁਣ ਦੁਬਾਰੇ ਅੰਗ ਅੱਗ ਨਾ ਲਾ ਕੇ, ਉਹਦਾ ਅਸਲਾ ਸੀ ਅੱਗ, ਅੱਗ ਦੇ ਵਿੱਚ ਪਾ ਦੋ, ਫਿਰ ਲਾਲੀਆਂ ਫੜਿਆਊਗਾ। ਹੁਣ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ ਤੇ ਰੰਗ ਮਾਣ ਪਿਆਰਿਆ। ਬਸ ਗੁਰੂ ਤੋਂ ਟੁੱਟ ਗਏ ਤਾਂ ਦੁੱਖ, ਗੁਰੂ ਦੇ ਨਾਲ ਜੁੜ ਗਏ ਤਾਂ ਸੁੱਖ। ਦੋ ਹੀ ਚੀਜ਼ਾਂ ਭਾਈ। ਹੁਣ ਆਓ ਸ਼ਬਦ ਦੇ ਨਾਲ ਸੁਰਤ ਜੋੜੀਏ, ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ, ਕਿਉਂਕਿ ਸਾਡੀ ਜਨਮਾਂ ਜਨਮਾਂਤਰਾਂ ਤੋਂ ਜਿਹੜੀ ਨੀਂਦ ਆਈ ਹੋਈ ਹੈ ਨਾ, ਆ ਜਿਹੜਾ ਸਤ ਸੰਗਤ ਦੇ ਵਿੱਚ ਬੈਠ ਕੇ ਗੁਰੂ ਨੂੰ ਸਮਝਿਓ ਹਾਜ਼ਰ ਤੇ ਨਾਜ਼ਰ। ਹਾਜ਼ਰ ਦਾ ਮਤਲਬ ਹਾਜ਼ਰ ਵੀ ਹੈ, ਨਾਜ਼ਰ ਦਾ ਮਤਲਬ ਨਜ਼ਰ ਵੀ ਰੱਖੀ ਹੋਈ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਸਾਡੀ ਨੀਂਦ ਤੋੜ ਦੇਣਗੇ ਜੇ ਧਿਆਨ ਦੇ ਨਾਲ ਸ਼ਬਦ ਨੂੰ ਸੁਣ ਲਿਆ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾ ਲਓ। ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆਪਣਾ ਧਿਆਨ ਜੋੜ ਕੇ ਆਓ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਨੀਂਦ ਕਿਵੇਂ ਤੋੜ ਰਹੇ ਹਨ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੌੜੀ ਗੁਆਰੇਰੀ ਰਾਗ ਦੇ ਵਿੱਚ, ਗੌੜੀ ਰਾਗ ਗੁਆਰੇਰੀ ਕਿਸਮ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ।
ਹੁਣ ਪਹਿਲਾਂ ਸ਼ਬਦ ਨੂੰ ਸਮਝਣ ਵਾਸਤੇ ਨੁਕਤੇ ਹੁੰਦੇ ਆ ਗੁਰਮੁਖ ਪਿਆਰਿਓ। ਪਹਿਲਾ ਨੁਕਤਾ ਇਹ ਹੁੰਦਾ ਵੀ ਰਹਾਉ ਦੀ ਪੰਕਤੀ ਅਗਰ ਸ਼ਬਦ ਦੇ ਵਿੱਚ ਹੋਵੇ ਤਾਂ ਉਹ ਸੈਂਟਰਲ ਆਈਡੀਆ ਹੁੰਦੀ ਹੈ। ਅਗਰ ਦੋ ਰਹਾਉ ਦੀਆਂ ਪੰਕਤੀਆਂ ਹੋਣ ਤਾਂ ਪਹਿਲਾ ਸਵਾਲ ਹੁੰਦਾ ਆਮ ਤੌਰ 'ਤੇ, ਦੂਜੀ ਰਹਾਉ ਦੀ ਪੰਕਤੀ ਦੇ ਵਿੱਚ ਜਵਾਬ ਹੁੰਦਾ। ਹੁਣ ਪਹਿਲੀ ਪੰਕਤੀ ਨੂੰ ਪਹਿਲਾਂ ਆਪਾਂ ਵਿਚਾਰਾਂਗੇ, ਬਾਅਦ ਦੇ ਵਿੱਚ ਸਾਰਾ ਸ਼ਬਦ ਦਾ ਜਿਹੜਾ ਸਰਵਣ ਕਰਾਂਗੇ। ਪਹਿਲੀ ਰਹਾਉ ਦੇ ਵਿੱਚ ਕੀ ਸਮਝਾਇਆ ਜਾ ਰਿਹਾ? ਸਾਡਾ ਮਨ ਆ ਜਿਹੜਾ ਉਹ ਸੁੱਤਾ ਪਿਆ, ਜਾਗਦਾ ਨਹੀਂ, ਤੇ ਇਹ ਚੋਰਾਂ ਤੋਂ ਲੁੱਟਿਆ ਜਾ ਰਿਹਾ। ਪੰਕਤੀ ਹੈ ਰਹਾਉ ਦੀ, ਇਸ ਗ੍ਰਹਿ ਮੈਂ ਕੋਈ ਜਾਗਤ ਰਹੈ। ਭਾਈ ਇਸ ਗ੍ਰਹਿ ਦੇ ਵਿੱਚ, ਹਿਰਦੇ ਘਰ ਦੇ ਵਿੱਚ ਕੋਈ ਜਾਗਦਾ ਹੈਗਾ? ਚੌਂਕੀਦਾਰ ਆ ਭਾਈ, ਚੌਂਕੀਦਾਰ ਆ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ, ਜਿਹੜੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਦੇ ਆ, ਉਹਨਾਂ ਦਾ ਚੌਂਕੀਦਾਰਾ ਮਿਲਿਆ ਹੁੰਦਾ ਉਹਨਾਂ ਨੂੰ ਪ੍ਰਮਾਤਮਾ ਵੱਲੋਂ। ਪਰ ਇਹ ਨਾ ਭਾਈ ਕਰਿਓ ਕਦੇ ਵੀ ਚੌਂਕੀਦਾਰ ਦੀ ਆਵਾਜ਼ ਨਾ ਬੰਦ ਕਰਿਓ। ਉੱਠਣਾ ਤਾਂ ਉੱਠਿਓ, ਜੇ ਨਹੀਂ ਉੱਠਣਾ ਤਾਂ ਭਾਵੇਂ ਨਾ ਉੱਠਿਓ, ਠਹਿਰ ਕੇ ਉੱਠ ਜਾਓ, ਪਰ ਜਿਹੜੇ ਉੱਠਣਾ ਚਾਹੁੰਦੇ ਆ ਜਾਂ ਜਿਹੜੇ ਉੱਠ ਸਕਦੇ ਆ ਉਹਨਾਂ ਦਾ ਨੁਕਸਾਨ ਨਾ ਕਰ ਦਿਓ ਕਿਤੇ ਮੇਰਾ ਵੀਰ। ਚੌਂਕੀਦਾਰ ਨੂੰ ਜਿਹੜਾ ਆਵਾਜ਼ ਦਿੰਦਾ ਸੱਚ ਦੀ, ਉਹਦੀ ਆਵਾਜ਼ ਬੰਦ ਨਾ ਕਰਿਓ, ਕਿਉਂਕਿ ਇਹ ਆਵਾਜ਼ਾਂ ਨੇ ਹੀ ਸਾਨੂੰ ਅੰਦਰੋਂ ਜਗਾਉਣਾ, ਨਹੀਂ ਅਸੀਂ ਲੁੱਟੇ ਜਾ ਰਹੇ ਹਾਂ ਭਾਈ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਬਸਤ ਉਹ ਆਪਣੀ ਲਹਿ ਰਹਾਓ। ਆਪਣੇ ਅੰਦਰ, ਸਾਰਿਆਂ ਦੇ ਅੰਦਰ ਪ੍ਰਮਾਤਮਾ ਵਾਹਿਗੁਰੂ ਨੇ, ਬਾਹਰ ਆ ਕੇ ਜਾਤਾਂ ਪਾਤਾਂ ਬਣੀਆਂ। ਇੱਥੋਂ ਤੱਕ ਕਿ ਬੀਬੀ ਭੈਣ ਦਾ ਸਰੀਰ ਤੇ ਬੰਦੇ ਦਾ ਸਰੀਰ, ਇਹ ਵੀ ਬਾਹਰਲੀਆਂ ਗੱਲਾਂ, ਕਿਉਂਕਿ ਦੁਨੀਆ ਨੂੰ ਚਲਾਉਣ ਵਾਸਤੇ ਬਹੁਤ ਕੁਝ ਆ, ਇਹ ਬਹੁਤ ਬੜਾ ਗਿਆਨ ਆ। ਪਰ ਗੱਲ ਕੀ ਆ? ਅੰਦਰੋਂ, ਅੰਦਰੋਂ ਅਸੀਂ ਸਾਰੇ ਇੱਕ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਹੀ ਨਿਬੇੜ ਦਿੱਤੀ ਕਿ ਏਕਾ ਪੁਰਖ ਸੁਬਾਈ ਨਾਰ। ਅਸੀਂ ਜੀਵ ਇਸਤਰੀਆਂ ਉਹ ਪ੍ਰਮਾਤਮਾ ਵਾਹਿਗੁਰੂ ਦੀਆਂ। ਹੁਣ ਗੁਰੂ ਹੋਕਾ ਦੇ ਰਹੇ ਆ, ਗੁਰੂ ਦੇ ਪਿਆਰੇ ਹੋਕਾ ਦੇ ਰਹੇ ਆ, ਭਾਈ ਜਾਗਦੇ ਰਹੋ, ਨਹੀਂ ਤਾਂ ਲੁੱਟੇ ਗਏ, ਲੁੱਟੇ ਜਾ ਰਹੇ ਹੋ। ਸਾਬਤ ਵਸਤ ਤੁਹਾਡੇ ਸ਼ੁਭ ਗੁਣਾਂ ਨੂੰ ਲੁੱਟਿਆ ਜਾ ਰਿਹਾ ਹੈ ਲੁਟੇਰਿਆਂ ਦੇ ਰਾਹੀਂ। ਕੀ ਕਾਰਨ ਕੀ ਹੈ? ਅਗਿਆਨਤਾ। ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤੇ ਪਏ ਆ। ਜਿੱਥੇ ਗਿਆਨਵਾਨ ਬੰਦਾ ਹੋਵੇਗਾ, ਜਿੱਥੇ ਆਪਣੇ ਘਰ 'ਤੇ ਲਾ ਲਓ, ਹੁਣ ਇੱਕ ਘਰ ਦੇ ਵਿੱਚ ਦਰਾਂ ਦੇ ਵਿੱਚ ਬਾਪੂ ਖੁੰਡਾ ਲਈ ਬੈਠਾ, ਜਾਗਦਾ ਬੈਠਾ, ਐਨ ਕਿਰਾ ਡਟਿਆ, ਕੀ ਉਸ ਘਰ 'ਚ ਲਟੇਰੇ ਵੜ ਜਾਣਗੇ? ਨਹੀਂ ਵੜ ਸਕਦੇ। ਹੁਣ ਜਿੱਥੇ ਬਾਪੂ ਹੀ ਹੈ ਨਹੀਂ, ਜਾਗਦਾ ਹੀ ਨਹੀਂ, ਕੋਈ ਕਿੱਧਰ ਨੂੰ ਤੁਰਿਆ ਫਿਰਦਾ, ਕੋਈ ਕਿੱਧਰ ਨੂੰ ਤੁਰਿਆ ਫਿਰਦਾ, ਉਸ ਘਰ 'ਚ ਤਾਂ ਫਿਰ ਵੜਨਗੇ ਹੀ। ਕਿਉਂਕਿ ਲਟੇਰਿਆਂ ਦਾ ਕਸੂਰ ਨਹੀਂ, ਕਸੂਰ ਸਾਡਾ। ਅਸੀਂ ਵੜਨ ਕਿਉਂ ਦਿੱਤੇ? ਅਸੀਂ ਕਿਉਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਅੰਦਰ ਜਾਣ ਦਿੱਤਾ? ਇਹ ਸਾਡਾ ਕਸੂਰ ਆ। ਕਸੂਰ ਕੀ ਹੈ? ਅਗਿਆਨਤਾ। ਅਸੀਂ ਸੁੱਤੇ ਪਏ ਹਾਂ ਤੇ ਅਸੀਂ ਗੁਰੂ ਦੇ ਨਾਲ ਜੁੜੇ ਨਹੀਂ, ਗੁਰੂ ਨੇ ਜਗਾਉਣਾ ਸੀ। ਹੁਣ ਆਪਾਂ ਨੂੰ ਸਮਝ ਲੱਗੂਗੀ ਵੀ ਕਿਵੇਂ ਨੀਂਦ ਆਈ ਆ, ਕਿਹੜੀ ਨੀਂਦ ਆ ਇਹ। ਇਹ ਨੀਂਦ ਆ ਭਾਈ ਵਿਕਾਰਾਂ ਦੀ, ਅਗਿਆਨਤਾ ਦੀ। ਅਗਿਆਨਤਾ ਦੀ ਨੀਂਦ ਦੇ ਵਿੱਚ ਜਦੋਂ ਮਨ ਸੌਂ ਜਾਂਦਾ, ਐਂ ਸਮਝ ਲਈਏ ਆਪਾਂ ਵੀ ਜਿੰਨੇ ਵੀ ਇੰਦਰੇ ਗਿਆਨ ਇੰਦਰੇ ਆ, ਮਨ ਦੇ ਮੁਤਾਬਕ ਕੰਮ ਕਰਦੇ ਆ। ਮਨ ਹੀ ਮਨੁੱਖ ਦੀ ਗੱਡੀ ਦਾ ਡਰਾਈਵਰ ਆ। ਹੁਣ ਅਗਰ ਇੰਦਰੇ ਗਿਆਨ ਇੰਦਰਿਆਂ ਨੂੰ ਬੱਸ ਦੇ ਵਿੱਚ ਕਰਨਾ, ਅੱਖਾਂ ਨੂੰ ਬੱਸ 'ਚ ਕਰਨਾ, ਕੰਨਾਂ ਨੂੰ ਬੱਸ 'ਚ ਕਰਨਾ, ਹੱਥਾਂ ਨੂੰ ਬੱਸ 'ਚ ਕਰਨਾ, ਤਾਂ ਮਨ ਨੂੰ ਬੱਸ 'ਚ ਕਰਨਾ ਪਵੇਗਾ। ਜਿਵੇਂ ਉਦਾਹਰਨ ਮੰਨ ਲਓ, ਕਿਸੇ ਟੈਂਕੀ ਦੇ ਵਿੱਚ, ਕਿਸੇ ਟੂਟੀ ਦੇ ਵਿੱਚ ਪਾਣੀ ਗੰਧਲਾ ਆਉਣ ਲੱਗ ਗਿਆ। ਅਗਰ ਆਪਾਂ ਕੱਲੀ ਕੱਲੀ ਪਿੰਡ ਦੀ ਟੂਟੀ ਬੰਦ ਕਰਦੇ ਜਾਵਾਂਗੇ, ਨਹੀਂ ਹੋਏਗਾ। ਅਗਰ ਟੈਂਕੀ ਬੰਦ ਕਰ ਦਿਆਂਗੇ ਤਾਂ ਸਾਰੀਆਂ ਟੂਟੀਆਂ ਆਪਣੇ ਆਪ ਬੰਦ ਹੋ ਜਾਣਗੀਆਂ। ਇਸੇ ਥਿੰਕ ਟੈਂਕ ਆ ਇਹ ਬੰਦੇ ਦਾ ਮਨ। ਮਨ ਵਿਗੜ ਗਿਆ, ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜੇ ਮਨ ਸਬਰ ਗਿਆ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਕਿਵੇਂ ਨੀਂਦ ਆਉਂਦੀ ਆ? ਅਗਿਆਨਤਾ ਦੀ। ਕਿਵੇਂ ਸਾਨੂੰ ਜਿਹੜੇ ਜਗਾਉਣਾ ਨਹੀਂ ਚਾਹੁੰਦੇ, ਜਿਨ੍ਹਾਂ ਦਾ ਫਰਜ਼ ਸੀ ਉਹਨਾਂ ਨੇ ਜਗਾਇਆ ਨਹੀਂ। ਇਹਦਾ ਮਤਲਬ ਆਪਣੇ ਫਰਜ਼ ਤੋਂ ਉਹ ਜਿਹੜਾ ਪਾਸਾ ਵੱਟ ਗਏ, ਇਸ ਕਰਕੇ ਅਸੀਂ ਜਾਗੇ ਨਹੀਂ। ਚਲੋ ਜਿਹੜਾ ਸਮਾਂ ਲੰਘ ਗਿਆ, ਹਿਸਟਰੀ, ਪਿਛਲਾ ਸਮਾਂ ਇਹ ਹੁੰਦਾ ਵੀ ਸਾਤੋਂ ਕੀ ਗਲਤੀਆਂ ਹੋਈਆਂ ਉਹ ਦੁਬਾਰੇ ਨਾ ਹੋਣ। ਚਲੋ ਹੁਣੇ ਹੀ ਪਿਛਲਾ ਲੰਘ ਗਿਆ ਸਮਾਂ, ਹੱਥ ਨਹੀਂ ਆਉਣਾ। ਅਗਲਾ ਆਵੇ ਕਿ ਨਾ ਆਵੇ, ਹਮ ਆਦਮੀ ਹਾਂ ਇੱਕਦਮ ਹੀ। ਆਓ ਹੁਣੇ ਹੀ
ਐਸੇ ਟਾਈਮ ਐਸੇ ਪਲ ਜਾਗਣ ਦੀ ਕੋਸ਼ਿਸ਼ ਕਰੀਏ। ਜਾਗਾਂਗੇ ਤਾਂ ਜੇ ਸਾਨੂੰ ਪਤਾ ਲੱਗੂ ਵੀ ਨੀਂਦ ਕਿਵੇਂ ਆਈ ਹੋਈ ਹੈ। ਨੀਂਦ ਆ ਅਗਿਆਨਤਾ ਦੀ। ਗੁਰੂ ਹੁਣ ਆਪਣੇ ਬਚਨਾਂ ਦੇ ਨਾਲ ਸਾਡੀ ਸੁਰਤੀ ਪਈ ਸੁਰਤ ਨੂੰ ਜਗਾ ਰਹੇ ਆ। ਕਿਹੜੀ ਕਿਹੜੀ ਨੀਂਦ ਆਈ ਹੈ ਜੀ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਲੈ ਭਾਈ ਗੁਰਮੁਖ ਪਿਆਰਿਆ, ਕਿਉਂਕਿ ਅੱਗੇ ਵੀ ਆਪਾਂ ਗੱਲ ਕਰਦੇ ਹਾਂ ਭਾਈ, ਗੁਰਬਾਣੀ ਸਪਸ਼ਟ ਦਿਖਾ ਦਿੰਦੀ ਹੈ। ਗੁਰਬਾਣੀ ਦਰਪਣ ਆ, ਗੁਰਬਾਣੀ ਸ਼ੀਸ਼ਾ। ਜਿਹੜਾ ਤਾਂ ਇਹ ਸ਼ੀਸ਼ੇ ਵਿੱਚ ਦੀ ਮੂੰਹ ਦੇਖ ਕੇ, ਦੋ ਤਰੀਕੇ ਆ, ਸ਼ੀਸ਼ੇ ਨੇ ਮੂੰਹ ਦਿਖਾ ਦਿੱਤਾ, ਠੀਕ ਆ। ਇੱਕ ਤਾਂ ਮੂਰਖ ਬੰਦਾ ਸ਼ੀਸ਼ਾ ਤੋੜੇਗਾ, ਕਹਿੰਦਾ ਮੇਰਾ ਮੂੰਹ ਕਿਉਂ ਗਲਤ ਦਿਖਾਇਆ। ਜਿਹੜਾ ਸਿਆਣਾ ਬੰਦਾ ਉਹ ਸ਼ੀਸ਼ਾ ਨਹੀਂ ਤੋੜੇਗਾ, ਆਪਣਾ ਮੂੰਹ ਸਾਫ਼ ਕਰੇਗਾ। ਬਸ ਗੁਰਬਾਣੀ ਨੇ ਦਿਖਾ ਦੇਣਾ ਭਾਈ, ਜਿਹੜਾ ਸੁੱਤਾ ਆਪਣੇ ਆਪ ਨੂੰ ਮੰਨ ਗਿਆ ਉਹ ਜਾਗ ਪਵੇ, ਤੇ ਜਿਹੜਾ ਜਾਗਿਆ ਉਹ ਤਾਂ ਕਰਮਾਂ ਵਾਲੇ ਹੀ ਆ ਭਾਈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅਗਿਆਨਤਾ ਦੇ ਕਾਰਨ ਨੈਣਾਂ ਦੇ ਵਿੱਚ ਨੀਂਦ ਆ ਜਾਂਦੀ ਹੈ, ਪਰਾਈ ਦ੍ਰਿਸ਼ਟੀ ਹੋ ਜਾਂਦੀ ਹੈ, ਵਿਕਾਰ ਅੰਦਰ ਪੈਦਾ ਹੋ ਜਾਂਦੇ ਆ। ਇਹਨੂੰ ਕਿਹਾ ਗਿਆ ਆਖਾਂ ਜੀਵਾਂ ਬਿਸਰੈ ਮਰ ਜਾਊਂ। ਜੇ ਤੈਨੂੰ ਕਹਿੰਦਾ ਹਾਂ ਤੋਂ ਭਾਵ ਹੈ ਤੈਨੂੰ ਯਾਦ ਹੈ, ਮੇਰੇ ਹਿਰਦੇ 'ਚ ਵਸਿਆ ਹੋਇਆ, ਮੇਰੇ ਚੇਤਿਆਂ 'ਚ ਵਸਿਆ ਹੋਇਆ, ਫਿਰ ਮੇਰੇ ਤੋਂ ਗਲਤ ਕੰਮ ਨਹੀਂ ਹੋਊਗਾ। ਅੰਦਰੋਂ ਹੀ ਰੋਕ ਪਊਗੀ, ਅੰਦਰੋਂ ਹੀ ਆਵਾਜ਼ ਆਊਗੀ। ਅਗਰ ਭੁੱਲ ਗਿਆ ਤਾਂ ਮਰ ਜਾਊਂ, ਆਤਮਿਕ ਮੌਤ ਹੋ ਜਾਂਦੀ ਹੈ। ਬੰਦਾ ਗਲਤ ਕੰਮ ਕਰਦਾ, ਗਲਤ ਕੰਮ ਕਰਕੇ ਅੰਦਰੋਂ ਮਰਦਾ ਜਾਂਦਾ। ਇਹ ਨੀਂਦ ਸਾਨੂੰ ਅਗਿਆਨਤਾ ਦੀ ਆਈ ਹੋਈ ਹੈ। ਗੁਰੂ ਤੋਂ ਬਿਨਾਂ ਇਹ ਅੱਖ ਨਹੀਂ ਖੁੱਲ੍ਹਣੀ। ਇਸੇ ਕਰਕੇ ਸਾਨੂੰ ਸਖਤੀ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ। ਪਰ ਜਿਹੜੇ ਸਾਡੇ ਦੋਖੀ ਆ ਸਿੱਖ ਕੌਮ ਦੇ, ਸਿੱਖਾਂ ਦੇ ਬੱਚਿਆਂ ਦੇ, ਉਹ ਗੁਰਬਾਣੀ ਤੋਂ ਸਾਨੂੰ ਪਾਸਾ ਵਟਾਉਂਦੇ ਆ। ਅਸੀਂ ਸਮਝ ਨਹੀਂ ਸਕੇ। ਇਹ ਸਾਰੇ ਕਾਸੇ ਦੀ ਰੌਲੇ ਗੌਲੇ ਦੀ ਜੜ ਸਾਰੀ ਅਗਿਆਨਤਾ। ਹੁਣ ਸਾਡੇ ਨਾਲ ਕੀ ਹੋਇਆ, 8ਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ, ਇਹਦੇ ਵਿੱਚ ਪੰਜਾਬੀ ਨਹੀਂ ਆਉਣੀ, ਮੁਹਾਰਨੀ ਨਹੀਂ ਆਉਣੀ, ਸਿਹਾਰੀ ਬਿਹਾਰੀ ਦੇ ਫਰਕ ਦਾ ਨਹੀਂ ਪਤਾ ਲੱਗਣਾ। ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਨੂੰ ਸਮਝਾਉਣ ਵਾਲਾ ਟਾਮਾ ਮਿਲੂਗਾ ਆਪਾਂ ਨੂੰ ਕੋਈ, ਕਿਉਂਕਿ ਉਹਨਾਂ ਦੀ ਤਾਂ ਆਪਾਂ ਬੇਇੱਜ਼ਤੀ ਕਰ ਰਹੇ ਹਾਂ। ਉਹ ਹੁਣ ਪਾਸਾ ਵੱਟਣਗੇ, ਹੌਲੀ ਹੌਲੀ ਫਿਰ ਚੋਰ ਚੱਕੇ ਆ ਕੇ ਇੱਧਰ ਨੂੰ ਵੜਨਗੇ ਭਾਈ। ਇਹੀ ਤਾਂ ਹੋ ਗਿਆ, ਇਹ ਤਾਂ ਹੋ ਗਿਆ ਕੰਮ ਸਾਰਾ। ਸਾਡੇ ਅੰਦਰ ਵੀ ਇਹੀ ਕੰਮ ਹੋਇਆ। ਜੇ ਹੁਣ ਅਸੀਂ ਜਾਗ ਪਏ ਤਾਂ ਅਸੀਂ ਬਚ ਜਾਵਾਂਗੇ। ਇਸ ਤਰ੍ਹਾਂ ਮਨੁੱਖ ਅਗਿਆਨਤਾ ਦੀ ਨੀਂਦ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਜੀ। ਕੌਣ ਸਮਝਾ ਰਹੇ ਆ? ਪੰਜਵੇਂ ਪਾਤਸ਼ਾਹ। ਕਿਹਨੂੰ ਸਮਝਾ ਰਹੇ ਆ? ਸਾਨੂੰ। ਹੁਣ ਕਿ ਅਸੀਂ ਹੁਣ ਅਗਿਆਨਤਾ ਦੇ ਕਰਕੇ, ਗੁਰੂ ਤੋਂ ਦੂਰੀ ਦਾ ਕਰਕੇ ਲੁੱਟੇ ਜਾ ਰਹੇ ਹਾਂ। ਸਰਬਣ ਸੋਏ ਸੁਣ ਨਿੰਦ ਵਿਚਾਰ। ਕੰਨ ਜਿਹੜੇ, ਨੈਣ, ਅੱਖਾਂ ਜਿਹੜੇ ਆ ਇਹ ਤਾਂ ਪਰਾਇਆ ਦੇਖਦੀਆਂ, ਦ੍ਰਿਸ਼ਟੀ ਪਰਾਈ ਦੇਖਦੀਆਂ। ਹਾਏ ਉਹਦੇ ਕੋਲੇ ਕੀ ਹੈ। ਤੇ ਗੁਰਬਾਣੀ ਦੀ ਜਦੋਂ ਆਪਾਂ ਸਤਸੰਗਤ ਕਰਾਂਗੇ ਫਿਰ ਕੀ ਗੁਰਬਾਣੀ ਸਮਝਾਵੇਗੀ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਕਿਸੇ ਦਾ ਕੀ ਮੈਂ ਆਪਣੇ ਵੱਲ ਦੇਖਾਂ, ਮੈਂ ਆਪਣਾ ਸਵਾਰਾਂ, ਮੇਰੇ ਅੰਦਰ ਕੀ ਹੋ ਰਿਹਾ। ਪਰਾਈ ਤਾਤ, ਪਰਾਇਆ ਵੱਡਾ ਹੋਈ ਜਾਂਦਾ, ਠੱਗੀਆਂ ਧੋਖੇ ਮਾਰ ਕੇ ਹੋਈ ਜਾਣ ਦੇ, ਕਦੇ ਭੁਗਤੂਗਾ। ਪਰਾਈ ਤਾਤ ਖਤਮ। ਇਹ ਨਹੀਂ ਹੈ ਵੀ ਮੈਂ ਵੀ ਉਵੇਂ ਹੀ ਕਰਾਂ, ਬੁਰਾਈ ਵੱਲ ਨੂੰ ਨਹੀਂ ਜਾਣਾ। ਪਰਾਈਆਂ ਤਾਤਾਂ ਹੋ ਸਕਦਾ ਉਹਦੇ ਕਰਮ ਉਹਦੇ ਨਾਲ, ਮੈਂ ਕਿਉਂ ਆਪਣੇ ਅੰਦਰ ਸਾੜਾ ਪੈਦਾ ਕਰਾਂ। ਮੇਰੇ ਕਰਮਾਂ ਦਾ ਲਿਖਿਆ ਕੋਈ ਖੋ ਨਹੀਂ ਸਕਦਾ, ਪਰ ਕਿਸਮਤ 'ਚ ਲਿਖਿਆ ਕੋਈ ਖੋ ਨਹੀਂ ਸਕਦਾ, ਪਰ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ। ਇਹ ਧਿਆਨ ਰੱਖਣਾ ਭਾਈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਬਣ ਸੋਏ ਸੁਣ ਨਿੰਦ ਵਿਚਾਰ। ਨਿੰਦਾ ਦੇ ਵਿਚਾਰ ਸੁਣ ਕੇ ਸੌ ਗਏ। ਕਿਵੇਂ? ਸੱਚ ਨਹੀਂ ਸੁਣਿਆ ਮੇਰੇ ਕੰਨਾਂ ਨੇ, ਸੱਚ ਦੀ ਤਾਂ ਕੀਤੀ ਨਿੰਦਾ। ਸੱਚ ਦੀ ਨਿੰਦਾ ਕਿਵੇਂ ਹੁੰਦੀ ਹੈ? ਸੱਚ ਤੋਂ ਪਾਸਾ ਵੱਟ ਲਿਆ। ਸੰਤ ਕੀ ਨਿੰਦਾ ਕਰਤੀ ਮੇਰੇ ਮਨ ਨੇ, ਸਾਧ ਕੀ ਨਿੰਦਾ ਕਰਤੀ ਮੇਰੇ ਮਨ ਨੇ। ਕਿਉਂ? ਕਿਉਂਕਿ ਨਾ ਸੰਤ ਗੁਰੂ ਨੂੰ ਪੜ੍ਹਿਆ ਸੁਣਿਆ ਸਮਝਿਆ, ਨਾ ਗੁਰੂ ਸਾਧ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰਿਆ। ਬਾਣੀ ਦੇ ਭਾਵ ਨੇੜੇ ਹੀ ਨਹੀਂ ਆਇਆ, ਇਸ ਕਰਕੇ ਸਾਧਿਆ ਨਹੀਂ ਗਿਆ। ਸੱਚ ਦੀ ਨਿੰਦਾ ਹੋ ਗਈ, ਸੱਚ ਦੇ ਨਾਲ ਸ਼ੁਭ ਗੁਣ ਪੈਦਾ ਹੋਣੇ ਸੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਹਉਮਾ ਵਾਲੇ ਪਾਸੇ ਨੂੰ ਮਨ ਚਲਿਆ ਗਿਆ, ਨਾਮ ਵਾਲੇ ਪਾਸੇ ਨੂੰ ਨਹੀਂ ਚੱਲਿਆ। ਕਿਉਂ? ਕਾਰਨ ਕੀ ਹੈ? ਗੁਰੂ ਨਾਲ ਨਹੀਂ ਜੁੜਿਆ, ਗੁਰੂ ਨਾਲ ਜੁੜ ਕੇ ਗਿਆਨ ਨਹੀਂ ਲਿਆ। ਰਸਨਾ ਸੋਈ ਲੋਭ ਮੀਠੈ ਸਾਧ। ਰਸਨਾ ਜਿਹੜੀ ਹੈ ਭਾਈ ਉਹ ਤੇਰੀ ਸੁੱਤੀ ਪਈ ਹੈ ਮਿੱਠੇ ਸਵਾਦਾਂ ਦੇ ਵਿੱਚ।
ਹੁਣ ਦੇਖੋ ਜੀ, ਜਿਹਨੇ ਤਾਂ ਮੰਨ ਲਈ ਇਹ ਗੱਲ ਵੀ ਹਾਂ ਮੈਂ ਸੁੱਤਾ ਪਿਆ, ਉਹ ਤਾਂ ਜਾਗ ਪੂ। ਜਿਹਨੇ ਮੰਨਿਆ ਹੀ ਨਾ, ਜਿਹਨੇ ਸੁਣਿਆ ਹੀ ਨਾ, ਜਿਹਨੇ ਸਮਝਿਆ ਹੀ ਨਾ, ਜਿਹਨੇ ਸ਼ੁਰੂਆਤ ਹੀ ਨਾ ਕੀਤੀ, ਉਹਨਾਂ ਦਾ ਜਾਗਣਾ ਬਹੁਤ ਮੁਸ਼ਕਿਲ ਆ ਭਾਈ। ਰਸਨਾ ਸੋਈ ਲੋਭ, ਲੋਭ ਦੇ ਵਿੱਚ ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਏ ਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚੌਰੇ ਕੁੰਡਾ ਪਾਲੇ। ਲੋਭੀ ਜੀੜਾ ਥਿਰ ਨਾ ਰਹਿ ਤੇ ਟਿਕਾਉ ਨਹੀਂ ਆਉਂਦਾ। ਜਿਉਂ ਆ ਸਕਦਾ ਜੀ ਕਿਸੇ ਹਿਸਾਬ ਨਾਲ, ਹਾਂ ਗੁਰੂ ਸਮਝਾਉਂਦੇ ਆ, ਜੇ ਗੁਰੂ ਦੇ ਮੁਤਾਬਕ ਚੱਲਾਂਗੇ ਫਿਰ ਆ ਸਕਦਾ। ਕਿਵੇਂ ਜੀ? ਜੋ ਮੰਦਰ ਕੋ ਥਾਮੈ ਥੰਮਨ, ਗੁਰ ਕਾ ਸ਼ਬਦ ਮਨ ਹੈ ਅਸ ਥੰਮਨ। ਆ ਤਾਂ ਠਾਂ ਹੁੰਦਾ ਨਾ, ਡੋਬ ਪੈਂਦੇ ਆ ਨਾ, ਇਹ ਕਰਮ ਕਾਂਡਾਂ ਨਾਲ ਨਹੀਂ ਹਟਣੇ, ਇਹਨੇ ਥੰਮੀ ਲੱਗੂਗੀ ਥੱਲੇ ਗੁਰੂ ਦੇ ਸ਼ਬਦ ਦੀ, ਗਿਆਨ ਦੀ। ਇੱਧਰ ਨੂੰ ਚੱਲਿਆ ਨਹੀਂ, ਇਸ ਕਰਕੇ ਅੱਖਾਂ ਵੀ ਸੁੱਤੀਆਂ ਪਈਆਂ, ਕੰਨ ਵੀ ਸੁੱਤੇ ਪਏ ਆ, ਰਸਨਾ ਸਵਾਦਾਂ ਦੇ ਵਿੱਚ ਸੁੱਤੀ ਪਈ ਆ ਭਾਈ। ਸਾਰੇ ਕਾਸੇ ਦਾ ਕਾਰਨ ਬਾਬਾ ਜੀ ਕੀ ਆ? ਮਨ ਸੋਇਆ ਮਾਇਆ ਬਿਸਮਾਦ। ਮਾਇਆ ਦੀ ਨੀਂਦ ਦੇ ਵਿੱਚ ਸੌਂ ਗਿਆ। ਮਾਇਆ ਮਾਇਆ ਕਰਦਾ, ਮਾਇਆਵਾਦੀ ਵਿਚਾਰ ਹੋ ਗਏ, ਮਾਇਆਵਾਦੀ ਸੁਰਤ ਹੋ ਗਈ। ਇਸ ਮਾਇਆ ਤੋਂ ਗੁਰੂ ਨੇ ਕੱਢਣਾ ਸੀ, ਗੁਰੂ ਤੋਂ ਸ਼ਬਦ ਤੋਂ ਵੀ ਮਾਇਆ ਕਮਾਉਣ ਲੱਗ ਗਿਆ। ਇਸ ਕਰਕੇ ਜਾਗਿਆ ਨਹੀਂ। ਬਾਹਰੋਂ ਘਰ-ਬਾਰ ਬਹੁਤ ਕੁਛ ਬਣ ਗਿਆ ਧਰਮੀ ਹੋ ਕੇ, ਪਰ ਅੰਦਰੋਂ ਸੁੱਤੇ ਦਾ ਸੁੱਤਾ। ਮਨ ਸੋਇਆ ਮਾਇਆ ਬਿਸਮਾਦ। ਆਪਦੇ ਜਾਣੇ ਤਾਂ ਬਿਸਮਾਦ ਆ, ਆਪਦੇ ਜਾਣੇ ਤਾਂ ਕਹਿੰਦਾ ਮੈਂ ਠੀਕ ਆ, ਵਧੀਆ, ਪਰ ਗੁਰੂ ਦੇ ਗਿਆਨ ਤੋਂ ਬਿਨਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਮਨ ਸੁੱਤਾ ਪਿਆ ਭਾਈ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ। ਇਸ ਗ੍ਰਹਿ ਦੇ ਵਿੱਚ, ਹਿਰਦੇ ਘਰ ਵਿੱਚ ਕੋਈ ਜਾਗਦਾ ਹੈ ਭਾਈ। ਜੇ ਜਾਗ ਪਓਗੇ ਬਚ ਜਾਓਗੇ ਲੁੱਟੇ ਜਾਣ ਤੋਂ। ਸਾਬਤ ਵਸਤ ਉਹ ਆਪਣੀ ਲਹੈ। ਸਾਡੇ ਅੰਦਰ, ਸਾਰਿਆਂ ਦੇ ਅੰਦਰ ਸ਼ੁਭ ਗੁਣਾਂ ਨਾਲ ਭਰੇ ਪਏ ਹਾਂ ਅਸੀਂ। ਸਾਨੂੰ ਤਾਂ ਉਹ ਦੇਵਤੇ ਬਣਾਇਆ ਸੀ, ਅਸੀਂ ਤਾਂ ਮਨੁੱਖ ਤੋਂ ਗਾਹਾਂ ਨਹੀਂ ਹੋਏ, ਮਨਮੁਖ ਹੋਏ। ਬੰਦੇ ਕਾ ਬੰਦਾ, ਇਹ 12 ਦੇ ਵਿੱਚ ਆ ਭਾਈ ਗੁਰਦਾਸ ਦੀਆਂ ਦੇ ਵਿੱਚ ਕਹਿੰਦੇ ਮਨਮੁਖ ਆ ਜਿਹੜਾ, ਇਹ ਬੰਦੇ ਨੂੰ ਬੰਦਾ ਹੀ ਚਿੰਬੜਿਆ ਫਿਰੂਗਾ, ਕਿਉਂਕਿ ਤੂੰ ਤਹਾਂ ਤਾਂ ਫਿਰ ਜਾ ਹੀ ਨਹੀਂ ਸਕਦਾ ਗਾਹਾਂ ਪਰਮਾਤਮਾ ਤੱਕ ਕਿਵੇਂ ਪਹੁੰਚ, ਜਿੱਥੇ ਰੁਕਾਵਟ ਬਣ ਗਈ। ਇਹੀ ਤਾਂ ਕਿਹਾ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਾਬਤ ਵਸਤ ਉਹ ਆਪਣੀ ਲਹੈ। ਨਹੀਂ ਤਾਂ ਉਹ ਲੁੱਟਿਆ ਜਾਂਦਾ ਭਾਈ, ਤੇ ਨਹੀਂ ਜੇ ਗੁਰੂ ਨਾਲ ਜੁੜ ਜਾਂਦਾ ਫਿਰ ਉਹ ਆਪਣੀ ਸਾਬਤ ਵਸਤ, ਆਪਣੀ ਲਹੈ ਅੰਦਰੋਂ ਆਨੰਦ ਪ੍ਰਾਪਤ ਕਰ ਸਕਦਾ ਭਾਈ। ਮਨਮੁਖ ਤੇ ਗੁਰਮੁਖ ਦੀ ਅਵਸਥਾ ਸਮਝਾਈ ਜਾ ਰਹੀ ਹੈ। ਰਹਾਓ। ਸਗਲ ਸਹੇਲੀ ਆਪਣੇ ਰਸ ਮਾਤੀ। ਹੁਣ ਭਾਈ ਸਗਲ ਸਹੇਲੀ, ਸਾਰੀਆਂ ਸਹੇਲੀਆਂ ਕੀ ਹੈ? ਇੰਦਰੀਆਂ ਤੇ ਗਿਆਨ ਇੰਦਰੀਆਂ। ਆਪਣੇ ਰਸ ਮਾਤੀ, ਹੁਣ ਕੰਟਰੋਲਰ ਹੀ ਨਹੀਂ ਜਦੋਂ ਕੋਈ ਰਿਹਾ। ਦੇਖੋ ਜਿਵੇਂ ਯੂਨੀਵਰਸਿਟੀ ਹੈ, ਮੰਨ ਲਓ ਕੋਈ ਯੂਨੀਵਰਸਿਟੀ ਦਾ ਜਿਹੜਾ ਕੰਟਰੋਲਰ ਆ, ਉਹਨੂੰ ਡੀਨ ਕਹਿ ਲਈਏ, ਮੇਰਾ ਖਿਆਲ ਆ ਡੀਨ ਹੀ ਕਹਿੰਦੇ ਆ ਸਭ ਤੋਂ ਵੱਡੇ ਨੂੰ। ਅਗਰ ਉਹ ਚੰਗਾ ਇਮਾਨਦਾਰ ਆ, ਸਖਤ ਆ, ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਆ, ਤਾਂ ਥੱਲੇ ਜਿਹੜੇ ਆ ਵਰਕਰ ਜਾਂ ਟੀਚਰ ਸਾਹਿਬਾਨ ਆ, ਗਿਆਨ ਦੇਣ ਵਾਲੇ, ਉਹ ਸਾਰੇ ਹੀ ਵਧੀਆ ਹੋਣਗੇ। ਜੇ ਉੱਪਰਲਾ ਮਾੜਾ ਫਿਰ ਸਾਰੇ ਹੀ ਮਾੜੇ ਹੋਣਗੇ। ਥੱਲੇ ਵਾਲੇ, ਜੇ ਉੱਪਰਲਾ ਬੇਈਮਾਨ ਆ, ਲੁਟੇਰਾ, ਅਗਿਆਨੀ ਆ, ਉਹਨੂੰ ਬਹਾਤਾ ਉੱਤੇ ਯੂਨੀਵਰਸਿਟੀ ਦਾ ਡੀਨ ਬਣਾ ਕੇ, ਤੇ ਫਿਰ ਉਹ ਟੀਚਰ ਕਿਵੇਂ ਕੰਟਰੋਲ ਕਰੇਗਾ? ਉਹਦੇ 'ਚ ਸਮਰੱਥਾ ਹੀ ਨਹੀਂ, ਉਹਦੇ 'ਚ ਗਿਆਨ ਹੀ ਨਹੀਂ ਹੈ, ਉਹਦੇ ਬੱਸ ਦਾ ਰੋਗ ਹੀ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਮਨ ਗੁਰੂ ਦੇ ਨਾਲ ਨਹੀਂ ਜੁੜਿਆ, ਜਿਹੜੇ ਮਨ ਨੇ ਗਿਆਨ ਨਹੀਂ ਪ੍ਰਾਪਤ ਕੀਤਾ, ਉਹ ਆਪਣੀਆਂ ਇੰਦਰੀਆਂ, ਗਿਆਨ ਇੰਦਰੀਆਂ ਤੇ ਕੰਟਰੋਲ ਕਿਵੇਂ ਕਰ ਲੂ ਭਾਈ? ਸਗਲ ਸਹੇਲੀ ਆਪਣੇ ਰਸ ਮਾਤੀ। ਜਦੋਂ ਮਨ ਬੇਈਮਾਨ ਹੋ ਜੇ ਫਿਰ ਇੰਦਰੀਆਂ, ਗਿਆਨ ਇੰਦਰੀਆਂ ਵੀ ਨਜ਼ਾਰੇ ਲੈਂਦੀਆਂ। ਜਿਹੜਾ ਹੈੱਡ ਬੇਈਮਾਨ ਹੋਵੇ ਫਿਰ ਉਹਦੇ ਥੱਲੇ ਵਾਲੇ ਵੀ ਆਪ ਹੁਦਰੀਆਂ ਹੀ ਕਰਦੇ ਆ, ਕਿਉਂਕਿ ਡਰ ਖਤਮ ਹੋ ਜਾਂਦਾ, ਚੱਕਿਆ ਜਾਂਦਾ। ਅਗਲਾ ਕਹਿੰਦਾ ਤੂੰ ਤਾਂ ਆਪ ਇਹੋ ਜਿਹਾ, ਠੀਕ ਹੈ ਕਿ ਨਹੀਂ? ਇਸ ਤਰ੍ਹਾਂ ਉਹ ਯੂਨੀਵਰਸਿਟੀ ਫੇਲ ਹੋ ਜਾਂਦੀ ਹੈ ਜਿੱਥੇ ਮੁਖੀ ਮਾੜਾ ਆ ਜੇ। ਗੁਰਬਾਣੀ ਦੇ ਵਿੱਚ ਸਮਝਾਇਆ ਆਪਾਂ ਨੂੰ, ਤਖਤ ਬਹਿ ਤਖਤ ਕਾ ਲਾਇਕ, ਉਹਦੇ ਲਾਇਕ ਹੋਣਾ ਚਾਹੀਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਜੀ ਨੂੰ ਗੱਦੀ ਨਹੀਂ ਦਿੱਤੀ, ਭਾਈ ਲਹਿਣਾ ਜੀ ਨੂੰ ਦਿੱਤੀ। ਕੀ ਸਮਝਾਇਆ ਸੀ? ਪੁੱਤਰ ਮੋਹ ਦੇ ਵਿੱਚ ਨਹੀਂ ਪੈਣਾ। ਜਿਹੜਾ ਬੰਦਾ ਲਾਇਕ ਹੋਊ
ਉਹ ਉੱਪਰ ਬਿਠਾਉਣਾ ਤਾਂ ਕਿ ਤੁਹਾਡੇ ਬੱਚਿਆਂ ਨੂੰ ਉਹ ਸਵਾਰ ਸਕੇ। ਸਾਡੇ ਹੁਣ ਉਲਟ ਹੋ ਗਿਆ ਕੰਮ ਸਾਰਾ ਕੁਝ ਭਾਈ। ਤੇ ਇਸ ਤਰ੍ਹਾਂ ਜਦੋਂ ਮਨ ਨੂੰ ਗਿਆਨ ਨਹੀਂ ਹੈ, ਜਿੱਥੇ ਆਤਮਿਕ ਗਿਆਨ ਨਹੀਂ ਹੈ, ਜਿੱਥੇ ਗੁਰਬਾਣੀ ਦੀ ਵਿਚਾਰ ਨਹੀਂ ਹੈ, ਹੋਰ ਉਰਲੀਆਂ ਪਰਲੀਆਂ ਗੱਲਾਂ, ਮਾਇਆ ਦੀਆਂ ਗੱਲਾਂ, ਸਾਰਾ ਕੁਝ ਆ, ਉੱਥੇ ਨਹੀਂ ਜਾਗ ਹੋਣਾ ਭਾਈ। ਇਹ ਨੀਂਦ ਐਸੀ ਹੈ, ਇਹਦੇ 'ਚ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਹੜੀਆਂ ਖਤਮ ਹੋ ਜਾਂਦੀਆਂ। ਜਹ ਪਾਛੈ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤਿਹ ਚੜ੍ਹ ਰਿਓ ਕਬੀਰ। ਲੋਕ ਸੌਖੇ ਪਾਸੇ ਨੂੰ ਭਜਦੇ ਆ ਭਾਈ। ਆ ਜਿਹੜਾ ਔਖਾ ਗਿਆਨ ਆ, ਜਾਗਣ ਵਾਲਾ ਕੰਮ ਆ, ਇਹ ਨਾ ਕੋਈ ਕਰਦਾ ਤੇ ਨਾ ਕਿਤੇ 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 ਹੀ ਹੁੰਦਾ ਹੋਊਗਾ ਭਾਈ। ਇਸ ਕਰਕੇ ਸਾਡੇ ਅੰਦਰ ਇਹ ਕੁਝ ਹੋ ਰਿਹਾ। ਮਨ ਅਗਿਆਨੀ ਹੋਣ ਕਰਕੇ ਇੰਦਰੀਆਂ, ਗਿਆਨ ਇੰਦਰੀਆਂ, ਅੱਖਾਂ ਦੇ ਵਿੱਚ ਵਿਕਾਰ ਤਾਂ ਆਏ, ਕੰਨਾਂ ਦੇ ਵਿੱਚ ਵਿਕਾਰ ਤਾਂ ਆਏ ਕਿਉਂਕਿ ਇਹਨਾਂ ਦੇ ਵਿੱਚ ਦੀ ਸੁਣਦਾ ਕੌਣ ਆ ਭਲਾ? ਕੰਨ ਇਹੀ ਹੁੰਦੇ ਆ। ਕੰਨ ਸੁਣਦੇ ਆ? ਪਰ ਦੱਸੋ ਮੈਨੂੰ, ਕੰਨਾਂ ਦੇ ਵਿੱਚ ਦੀ ਕੌਣ ਸੁਣਦਾ? ਮਨ। ਅੱਖਾਂ ਦੇਖਦੀਆਂ, ਇਹੀ ਅੱਖਾਂ ਕਈ ਵਾਰੀ ਖੁੱਲੀਆਂ ਰਹਿ ਜਾਂਦੀਆਂ, ਮੌਤ ਹੋ ਜਾਂਦੀ ਹੈ ਜਦੋਂ ਦੇਖਦੀਆਂ। ਇਹਨਾਂ ਦੇ ਵਿੱਚ ਦੀ ਕੌਣ ਦੇਖਦਾ? ਮਨ। ਸਾਰਾ ਮਨ ਦਾ ਹੀ ਇਹ ਕੰਮ ਆ। ਸਾਰੀਆਂ ਇੰਦਰੀਆਂ, ਗਿਆਨ ਇੰਦਰੀਆਂ ਜਿਹੜੀਆਂ ਆਪਣੇ ਆਪਣੇ ਰਾਸਤੇ ਲੱਗੀਆਂ ਰਹਿੰਦੀਆਂ ਜੇ ਮਨ ਅਗਿਆਨੀ ਆ ਭਾਈ, ਮੁਖੀ ਅਗਿਆਨੀ ਆ ਘਰ ਦਾ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਉਸ ਮੁਖੀ ਨੇ ਆਪਣੇ ਗ੍ਰਹਿ ਦੀ, ਆਪਣੇ ਦੀ ਖਬਰ ਹੀ ਨਹੀਂ ਪਾਈ ਵੀ ਮੇਰੇ ਅੰਦਰ ਕੀ ਹੋ ਰਿਹਾ। ਕਿ ਜਦੋਂ ਹੁਣ ਮੁਖੀ ਹੋਈ ਜਿੱਥੇ ਮਾੜਾ ਹੋ ਗਿਆ, ਉੱਥੇ ਤਾਂ ਫਿਰ ਚੋਰ ਲਟੇਰੇ ਆਉਂਦੇ ਜਾਂਦੇ ਹੀ ਰਹਿਣੇ ਆ ਜਦੋਂ ਮੁਖੀ ਚੋਰ ਆ। ਹੁਣ ਆਪਣੇ ਘਰ ਦੀ, ਆਪਣੇ ਗ੍ਰਹਿ ਦੀ, ਹੁਣ ਮੇਰਾ ਮਨ ਹੀ ਚੋਰ ਆ ਤੇ ਇੰਦਰੀਆਂ, ਗਿਆਨ ਇੰਦਰੀਆਂ ਨੂੰ ਕਿਵੇਂ ਰੋਕੂੰ ਮੈਂ? ਇਸ ਕਰਕੇ ਮੁਖੀ ਨੂੰ ਸਮਝਾਉਣਾ, ਮਨ ਨੂੰ ਸਮਝਾਉਣਾ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਜਿਹੜੇ ਗੁਰੂ ਦੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਆ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੋਰਾਂ ਤੋਂ, ਪੰਜਾਂ ਤੋਂ ਲੁੱਟੇ ਜਾ ਰਹੇ ਆ, ਲੁੱਟੇ ਜਾਂਦੇ ਆ। ਆਪਣੇ ਗ੍ਰਹਿ ਦੀ, ਆਪਣੇ ਘਰ ਦੀ, ਆਪਣੇ ਆਪ ਨੂੰ ਉਹ ਬਚਾ ਨਹੀਂ ਸਕਦੇ ਕਿਉਂਕਿ ਆਪਣੇ ਘਰ ਦੀ ਖਬਰ ਹੀ ਨਹੀਂ ਜਾਣੀ। ਪਤਾ ਹੀ ਨਹੀਂ ਕਿ ਮੇਰੇ ਅੰਦਰ ਇੱਕ ਹੋਰ ਵੀ ਸਰੀਰ ਹੈਗਾ, ਵੀ ਆਹ ਸਥੂਲ ਆ, ਇੱਕ ਹੋਰ ਆ ਅੰਦਰ ਜਿਹਨੇ ਬਦਲਣਾ। ਜਿਹੜਾ ਕਹਿੰਦਾ ਮੇਰੇ ਹੱਥ, ਮੇਰਾ ਨੱਕ, ਮੇਰੀਆਂ ਅੱਖਾਂ, ਉਹ ਅੰਦਰ ਨੂੰ ਕਦੋਂ ਜਾਵਾਂਗੇ? ਇਹ ਖਬਰ ਹੀ ਨਹੀਂ ਜਾਤੀ, ਇਹ ਸਮਝਿਆ ਹੀ ਨਹੀਂ, ਇਹ ਜਾਣਿਆ ਹੀ ਨਹੀਂ, ਅੰਦਰਲਾ ਇਸ਼ਨਾਨ ਹੀ ਨਹੀਂ ਕੀਤਾ, ਸੁਣਿਆ। ਪਹਿਲਾਂ ਤਾਂ ਬਾਣੀ ਨੂੰ ਸੁਣਨਾ, ਫਿਰ ਮੰਨਿਆ, ਮੰਨਣਾ, ਦੂਜੀ ਸਟੇਜ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜੇ ਸ਼ੁਰੂ ਹੀ ਨਾ ਕਰਾਂਗੇ ਫਿਰ ਐਂਡ ਕਿਵੇਂ ਹੋਊਗਾ ਭਾਈ? ਇਸ ਕਰਕੇ ਗੁਰੂ ਦੇ ਲੜ ਲੱਗੋ ਭਾਈ, ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਸ਼ੁਰੂ ਕਰੋ ਤਾਂ ਕਿ ਆਪਣੇ ਘਰ ਦੀ ਖਬਰ ਪ੍ਰਾਪਤ ਕਰ ਸਕੀਏ, ਅਸੀਂ ਬਚ ਸਕੀਏ। ਦੁਬਾਰੇ ਜੀਵਨ ਨਹੀਂ ਮਿਲਣਾ। ਬਿਜ਼ਨਸ ਫੇਲ ਹੋ ਗਿਆ, ਹੋ ਸਕਦਾ 10-20 ਸਾਲਾਂ ਨੂੰ ਪੁੱਤ ਪੋਤੇ ਉੱਠ ਕੇ ਕਾਮਯਾਬ ਹੋ ਜਾਣਗੇ। ਬੱਚਾ ਫੇਲ ਹੋ ਗਿਆ, ਅਗਲੇ ਸਾਲ ਨੂੰ ਪੇਪਰ ਦੇ ਦੂ। ਜੇ ਜ਼ਿੰਦਗੀ ਫੇਲ ਹੋ ਗਈ, ਦੁਬਾਰੇ ਨਹੀਂ ਮਿਲਣੀ। ਗੁਰਮੁਖ ਪਿਆਰਿਓ, ਇੱਕੋ ਵਾਰੀ ਮਿਲੀ ਆ, ਫੇਲ ਹੋ ਰਹੇ ਹਾਂ ਅਸੀਂ ਗੁਰੂ ਦੇ ਗਿਆਨ ਤੋਂ ਬਿਨਾਂ, ਐਂ ਲੁੱਟੇ ਜਾ ਰਹੇ ਹਾਂ। ਕੌਣ ਸਮਝਾ ਰਹੇ ਆ? ਪੰਜਵੇਂ ਪਾਤਸ਼ਾਹ ਜੀ। ਮੁਸਨਹਾਰ ਪੰਚ ਬਟਵਾਰੇ, ਇਹ ਪੰਜ ਆ ਜਿਹੜੇ ਬਟਵਾਰੇ ਹੁੰਦੇ ਆ, ਰਾਹ ਦੇ ਠੱਗ, ਤੁਰੇ ਜਾਂਦਿਆਂ ਨੂੰ ਲੁੱਟਦੇ ਆ। ਇਹ ਪ੍ਰਮਾਤਮਾ ਵੱਲ ਨੂੰ ਸਾਨੂੰ ਤੁਰਨ ਨਹੀਂ ਦਿੰਦੇ। ਜਿਹੜਾ ਗੁਰੂ ਦੇ ਗਿਆਨ ਤੋਂ ਰੋਕਦਾ, ਗੁਰੂ ਤੋਂ ਰੋਕਦਾ, ਗੁਰੂ ਨਾਲ ਜੁੜਨ ਤੋਂ ਰੋਕਦਾ, ਗੁਰਬਾਣੀ ਤੋਂ ਰੋਕਦਾ, ਉਹ ਵੀ ਠੱਗ ਆ ਭਾਈ, ਉਹ ਵੀ ਸਾਨੂੰ ਲੁੱਟ ਰਿਹਾ। ਇਸੇ ਤਰ੍ਹਾਂ ਅੰਦਰੋਂ ਸਾਡਾ ਮਨ ਆ ਜਿਹੜਾ, ਇਹ ਵੀ ਸਾਡੇ ਨਾਲ ਬੇਈਮਾਨੀ ਕਰ ਰਿਹਾ। ਸੂਨੇ ਨਗਰ ਭਰੇ ਠੱਗ ਹਾਰੇ, ਅੰਦਰੋਂ ਗਿਆਨ ਪ੍ਰਗਟ ਨਹੀਂ ਕੀਤਾ, ਬਾਪੂ ਖੁੰਡੇ ਵਾਲਾ ਦਰਾਂ 'ਚ ਬਹਾਇਆ ਨਹੀਂ। ਇਸ ਕਰਕੇ ਭਾਈ ਸੂਨੇ ਨਗਰ ਭਰੇ ਠੱਗ ਹਾਰੇ। ਠੱਗ ਤਾਂ ਜਿਹੜੇ ਉਹ ਤੁਰੇ ਫਿਰਦੇ ਆ, ਉਹਨਾਂ ਨੇ ਤਾਂ ਇਹ ਦੇਖਣਾ ਵੀ ਸੁੰਨਾ ਜਿਹਾ ਥਾਂ ਕਿੱਥੇ ਆ। ਹੁਣ ਕਸੂਰ ਉਹਨਾਂ ਦਾ ਥੋੜ੍ਹੀ ਕਹਿ ਸਕਦੇ ਆ। ਆਪਣੇ ਘਰ ਨੂੰ ਕਿਵੇਂ ਆਪਾਂ ਸੇਫ ਰੱਖਦੇ ਆ, ਇਸੇ ਤਰ੍ਹਾਂ ਆਪਣੇ ਨਗਰ ਨੂੰ ਸੇਫ ਰੱਖਣਾ ਹੁੰਦਾ, ਇਸੇ ਤਰ੍ਹਾਂ ਆਪਣੇ ਏਰੀਏ ਨੂੰ ਸੇਫ ਰੱਖਣਾ ਹੁੰਦਾ, ਇਸੇ ਤਰ੍ਹਾਂ ਆਪਣੇ ਦੇਸ਼ ਨੂੰ ਸੇਫ ਰੱਖਣਾ ਹੁੰਦਾ, ਇਸੇ ਤਰ੍ਹਾਂ ਸਾਰੀ ਦੁਨੀਆ ਨੂੰ ਸੇਫ ਰੱਖਣਾ ਹੁੰਦਾ ਭਾਈ। ਅੱਗੇ ਦੀ ਅੱਗੇ ਇਸ ਤਰ੍ਹਾਂ ਵੱਧਦਾ। ਪਰ ਜਿੱਥੇ ਸੁੰਨਾ ਹੋਵੇ ਤਾਂ ਉੱਥੇ ਠੱਗ ਆ ਹੀ ਜਾਂਦੇ ਹਨ। ਉਨ ਤੇ ਰਾਖੈ ਬਾਪ ਨਾ ਮਾਈ, ਪਰ ਜਿਹੜੇ ਅੰਦਰ ਠੱਗ ਪੈਂਦੇ ਆ ਭਾਈ, ਉਹਨਾਂ ਤੇ ਬਾਹਰੋਂ ਕੋਈ ਰੱਖ ਹੀ ਨਹੀਂ ਸਕਦਾ, ਕਿਸੇ ਦੀ ਸਹਾਇਤਾ ਹੀ ਨਹੀਂ ਲੈ ਸਕਦੇ। ਬਾਹਰਲਾ ਸਰੀਰਕ ਥੋੜ੍ਹੀ ਹੈ, ਗੁਪਤਾ ਹੀ ਅੰਦਰਲੇ ਆ। ਉਹਨਾਂ ਠੱਗਾਂ ਤੋਂ ਕੋਈ ਨਾ ਬਾਪ ਰੱਖ ਸਕੇ, ਨਾ ਮਾਈ ਰੱਖ ਸਕੇ, ਕੋਈ ਸਹਾਇਤਾ ਨਹੀਂ ਕਰ ਸਕਦੇ। ਉਨ ਤੇ ਰਾਖੈ ਮੀਤ ਨਾ ਭਾਈ, ਉਹ ਜਿਹੜੇ ਅੰਦਰੋਂ ਸਾਨੂੰ ਠੱਗ ਲੁੱਟ ਰਹੇ ਆ ਅਗਿਆਨਤਾ ਦਾ ਕਰਕੇ, ਉਹਨਾਂ ਤੋਂ ਨਾ ਬਾਪ, ਨਾ ਮਾਈ, ਨਾ ਮਿੱਤਰ, ਨਾ ਭਾਈ।
ਬਾਹਰਲਾ ਕੋਈ ਨਹੀਂ ਰੱਖ ਸਕਦਾ। ਦਰਬ ਸਿਆਣਪ ਨਾ ਹੋਏ ਰਹਤੇ। ਫੇਰ ਮਹਾਰਾਜ ਸੱਚੇ ਪਾਤਸ਼ਾਹ ਜੇ ਕਿਤੇ ਪੈਸੇ ਪੂਸੇ ਦੇ ਕੇ ਕੰਮ ਚੱਲ ਜੂ, ਕਹਿੰਦੇ ਨਾ, ਕਹਿੰਦੇ ਦਰਬ ਪੈਸੇ ਨਾ ਉਹ ਪੈਸੇ ਲੈ ਕੇ ਮੰਨਦੇ ਆ, ਐਸੇ ਵੀ ਹੈ ਨਹੀਂ ਗੇ ਉਹ। ਸਿਆਣਪ ਨਾ ਦੁਨੀਆ ਦੀਆਂ ਸਿਆਣਪਾਂ, ਲੱਖ ਸਿਆਣਪਾਂ ਹੋਏ ਇੱਕ ਨਾ ਚੱਲੇ ਨਾਲ, ਨਾ ਇਹ ਬਾਹਰਲੀਆਂ ਸਿਆਣਪਾਂ ਚੱਲਦੀਆਂ। ਦਰਬ ਸਿਆਣਪ ਨਾ ਹੋਏ ਰਹਤੇ, ਇਹਨਾਂ ਨਾਮ ਨਹੀਂ ਉਹ ਬੱਸ ਚਾਹੁੰਦੇ। ਫਿਰ ਜੀ ਕੀ ਕੀਤਾ, ਕਿਵੇਂ ਕਿਸੇ ਨਾ ਕਿਸੇ ਤਰੀਕੇ ਨਾਲ ਆ ਸਕਦੇ ਆ ਬੱਸ ਦੇ ਵਿੱਚ। ਨਾ ਉਹ ਭੈਣ, ਨਾ ਭਾਈ, ਨਾ ਬਾਹਰਲਾ ਕੋਈ ਕੰਮ, ਕਿਤੇ ਕਿਸੇ ਤਰੀਕੇ ਨਾਲ ਨਹੀਂ ਆਉਂਦੇ ਉਹ ਲੋਟ, ਨਾ ਪੈਸੇ ਨਾ। ਬਸ ਇੱਕ ਤਰੀਕਾ ਭਾਈ, ਜੇ ਅਸੀਂ ਉਹ ਸ਼ੁਰੂ ਕਰ ਲਈਏ ਤਾਂ ਕਿੱਥੇ ਆਉਂਦੇ ਆ ਲੋਟ ਉਹ। ਸਾਧ ਸੰਗ ਓਏ ਦੁਸ਼ਟ ਬਸ ਹੋਤੇ। ਸਾਧ ਸੰਗਤ ਦੇ ਵਿੱਚ ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ, ਗੁਰੂ ਗਿਆਨ ਦੇ ਰਹੇ ਹੋਣ, ਉਹਨੂੰ ਕਹਿੰਦੇ ਆ ਸਤ ਸੰਗਤ ਕੈਸੀ ਜਾਣੀ ਹੈ। ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਪ੍ਰਮਾਤਮਾ ਦੀ ਗੱਲ ਹੋਵੇ ਤੇ ਪ੍ਰਮਾਤਮਾ ਤੋਂ ਟੁੱਟੇ ਕਿਉਂ ਆ ਇਹ ਵਿਚਾਰ ਹੋਵੇ, ਉਹਨੂੰ ਸਤ ਸੰਗਤ ਕਹਿੰਦੇ ਆ। ਤੇ ਸਤ ਸੰਗਤ ਦੇ ਵਿੱਚ ਆ ਕੇ ਇਹ ਬੱਸ ਦੇ ਵਿੱਚ ਆਉਂਦੇ ਆ। ਕਿਉਂ? ਕਿਉਂਕਿ ਬਾਹਰਲਾ ਕੁਛ ਕੰਮ ਨਹੀਂ ਆਉਂਦਾ, ਅੰਦਰੋਂ ਬੱਸ 'ਚ ਆ ਜਾਂਦੇ ਆ। ਇਹਨੂੰ ਸਮਝਣ ਵਾਸਤੇ ਐਂ ਸਮਝ ਲਈਏ, ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰੋਂ ਪੈਸਾ ਧੇਲਾ, ਮਿੱਤਰ ਦੋਸਤ, ਪਦਵੀਆਂ ਕੁਛ ਨਹੀਂ ਕੰਮ ਆਉਣੀਆਂ ਭਾਈ। ਸਤਸੰਗ ਕਰਨੀ ਪਊਗੀ, ਖੁਦ ਨੂੰ ਕਰਨੀ ਪਊਗੀ। ਮੈਨੂੰ ਖੁਦ ਨੂੰ ਇਹ ਕੰਮ ਕਰਨਾ ਪੈਣਾ। ਮਿਹਨਤ ਮੇਰੀ, ਰਹਿਮਤ ਤੇਰੀ। 5 ਖੰਡਾਂ ਦਾ ਜ਼ਿਕਰ ਆ, ਉਹਦੇ 'ਚੋਂ 3 ਮੈਂ ਕਰਨੇ ਆ, 2 ਤੇ ਕਿਰਪਾ ਵਾਪਰਨੀ ਹੈ। ਧਰਮ ਖੰਡ ਮੈਂ ਮਿਹਨਤ ਕਰਕੇ ਧਰਮ ਨੂੰ ਸਿੱਖਣਾ। ਗਿਆਨ ਖੰਡ ਮੈਂ ਮਿਹਨਤ ਕਰਨੀ ਆ ਗਿਆਨ ਲੈਣ ਦੀ। ਸ਼ਰਮ ਖੰਡ ਮੈਂ ਆਪਣੀ ਘਾੜਤ ਘੜਨੀ ਆ ਗਿਆਨ ਦੇ ਮੁਤਾਬਕ। ਫਿਰ ਵਰਤਣਾ ਕਰਮ ਖੰਡ। 3 ਬੰਦੇ ਦੇ ਹੱਥ 'ਚ ਆ, ਮੈਂ ਕਰਨੇ ਆ ਖੁਦ। ਇਹਨੂੰ ਕਹਿੰਦੇ ਆ ਮਿਹਨਤ ਮੇਰੀ ਤੇ ਰਹਿਮਤ ਤੇਰੀ। ਗੁਰੂ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਮਿਹਨਤ ਕੀਤੀ, ਖੜੀ ਗੱਡੀ ਨੂੰ ਰੇਸਾਂ, ਟਾਇਰ ਥੱਲੇ ਨਹੀਂ ਲੱਗੇ। ਕਿਉਂ? ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਏ। ਸਤ ਸੰਗਤ 'ਚ ਆ ਕੇ ਹਉਮੈ ਟੁੱਟਦੀ ਹੈ ਭਾਈ। ਕਰ ਕਿਰਪਾ ਮੋਹਿ ਸਾਰਗ ਪਾਣ। ਇਸ ਕਰਕੇ ਲੱਗੀ ਸਮਝ, ਕਿਤੇ ਹੋਰ ਕੁਛ ਨਹੀਂ ਹੈ, ਬਸ ਆ ਸਭ ਤੋਂ ਵੱਡਾ ਕੰਮ ਆ। ਇਸ ਕਰਕੇ ਹੁਣ ਮਨ ਗਿਆ ਸਮਝ। ਕਾਸ਼ ਕਿਤੇ ਸਾਡੇ ਮਨ ਵੀ ਸਮਝ ਜਾਣ। ਗੁਰੂ ਹਾਜ਼ਰ ਨਾਜ਼ਰ ਹੈ। ਗੁਰਮੁਖ ਪਿਆਰਿਓ, ਅਸੀਂ ਬੱਚੇ ਹਾਂ 5ਵੇਂ ਪਾਤਸ਼ਾਹ ਜੀ ਦੇ। ਆਓ ਗੁਰੂ ਦਾ ਪੱਲਾ ਘੁੱਟ ਕੇ ਪਕੜ ਲਈਏ ਤੇ ਆਓ ਗੁਰੂ ਜੀ ਸਾਡੀ ਅਰਦਾਸ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਾ ਰਹੇ ਆ। ਆਓ ਸਾਰੇ ਮਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਵੀ ਗੁਰੂ ਦੇ ਪਿੱਛੇ ਖੜ ਕੇ ਇਹ ਅਰਦਾਸ ਕਰੀਏ। ਕਿਹੜੀ? ਕਰ ਕਿਰਪਾ ਮੋਹਿ ਸਾਰਗ ਪਾਣ। ਹੇ ਧਨੁਸ਼ਧਾਰੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੌਡ ਜੀਓ, ਮੇਰੇ ਤੇ ਕਿਰਪਾ ਕਰ ਦੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰ ਦੋ। ਕੀ ਲੈਣਾ ਭਾਈ? ਸੰਤਨ ਧੂਰ ਸਰਬ ਨਿਧਾਨ। ਇਹ ਆ ਗੁਰੂ ਦੇ ਚੰਡੇ ਹੋਏ ਇਨਸਾਨ, ਜਿਹੜੇ ਗੁਰਮੁਖ ਪਿਆਰੇ ਆ। ਉਹ ਕਿਤੇ ਰੱਬ ਪ੍ਰਗਟ ਵੀ ਹੋ ਜੇ ਨਾ, ਬਾਈ ਦੀ ਵੇ ਕਿਤੇ ਧਿਜ ਜਾਵੇ, ਉਹਨੂੰ ਆ ਜਾਵੇ ਤਰਸ, ਤੇ ਸਾਨੂੰ ਤਾਂ ਮੰਗਣਾ ਹੀ ਨਹੀਂ ਆਉਣਾ ਵੀ ਮੰਗਣਾ ਕੀ ਹੈ। ਕਾਰਾਂ, ਕੋਠੀਆਂ, ਵੱਡੀਆਂ ਗੱਡੀਆਂ, ਇਹੋ ਜਿਹਾ ਕੁਛ ਹੀ ਮੰਗਾਂਗੇ। ਕਿਉਂਕਿ ਜਿਹੜੇ ਗੁਰਮੁਖ ਪਿਆਰੇ ਆ, ਜਿਹੜੇ ਗੁਰੂ ਨਾਲ ਜੁੜ ਜਾਂਦੇ ਆ, ਉਹ ਮੰਗਦੇ ਆ ਇਹ ਅੰਦਰਲੀ ਗੱਲ। ਸੰਤਨ ਧੂਰ, ਸਤ ਸੰਗਤ ਦੀ ਚਰਨ ਧੂਰ। ਹੁਣ ਚਰਨ ਧੂੜ ਤੋਂ ਭਾਵ ਕੀ ਹੈ ਇਹ ਲੈਣਾ, ਭਾਵ ਅਰਥਾਂ ਤੱਕ ਪਹੁੰਚਣਾ ਹੁੰਦਾ। ਹੁਣ ਇੱਕ ਤਾਂ ਹੈਗੀ ਆ ਬਾਹਰਲੀ ਚਰਨ ਧੂੜ ਮੱਥੇ ਨਾਲ ਲਾ ਕੇ ਮਾफ़ ਕਰਨਾ, ਗਿਆਨ ਨਹੀਂ ਆਉਣਾ। ਜਿਹਦੀ ਮਰਜ਼ੀ ਲਾਈ ਚੱਲੋ, ਜਿੰਨੀ ਮਰਜ਼ੀ ਲਾਈ ਚੱਲੋ, ਸਮਝਣਾ ਪੈਣਾ ਕੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ, ਇਹਨਾਂ ਦੀ ਚਰਨ ਧੂੜ ਕੀ ਹੈ? ਮੈਂ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਉਪਦੇਸ਼ਾਂ ਨੂੰ ਸੁਣਨਾ, ਮੈਂ ਗੁਰੂ ਦਾ ਗਿਆਨ ਬੜੀ ਸ਼ਰਧਾ ਭਾਵਨਾ ਦੇ ਨਾਲ ਲੈਣਾ। ਉਹ ਗਿਆਨ ਦੇ ਨਾਲ ਮੈਂ ਆਪਣੀ ਘਾੜਤ ਘੜਨੀ ਹੈ ਤੇ ਮੈਂ ਚੰਗਾ ਇਨਸਾਨ ਬਣਨਾ। ਮੈਂ ਆਪਣੇ ਔਗਣਾਂ ਨੂੰ ਖਤਮ ਕਰਨਾ, ਮੈਂ ਆਪਣੀਆਂ ਬੁਰਾਈਆਂ ਨੂੰ ਖਤਮ ਕਰਨਾ, ਮੈਂ ਆਪਣੇ ਅੰਦਰ ਚੰਗਾ ਇਨਸਾਨ ਪੈਦਾ ਕਰਨਾ, ਮੈਂ ਆਪਣੇ ਅੰਦਰ ਇੱਕ ਸੰਤ ਰੂਹ ਪੈਦਾ ਕਰਨੀ ਹੈ, ਮੈਂ ਆਪਣੇ ਅੰਦਰੋਂ ਇੱਕ ਗੁਰਮੁਖ ਪ੍ਰਗਟ ਕਰਨਾ। ਸਰਬ ਨਿਧਾਨ। ਜੇ ਇਹ ਹੋ ਗਿਆ
ਜਾਗ ਪਏ, ਸਮਝ ਲਓ ਸਾਰੇ ਖਜ਼ਾਨੇ ਪੰਜਵਾਂ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਮਿਲ ਗਏ। ਬਾਹਰਲਾ ਸਾਰਾ ਕੁਝ ਮਿਲ ਜਾਵੇ ਤਾਂ ਵੀ ਅੰਦਰੋਂ ਖਾਲੀ, ਅੰਦਰਲਾ ਖਜ਼ਾਨਾ ਮਿਲ ਜਾਵੇ ਬਾਹਰੋਂ ਕੁਛ ਵੀ ਨਾ ਮਿਲੇ ਤਾਂ ਵੀ ਭਰਿਆ ਹੋਇਆ। ਸਾਬਤ ਪੂੰਜੀ ਸਤਿਗੁਰ ਸੰਗ, ਤੁਹਾਡੀ ਪੂੰਜੀ ਸਾਬਤ ਰਹਿ ਸਕਦੀ ਹੈ ਭਾਈ, ਲੁੱਟੇ ਜਾਣ ਤੋਂ ਬਚ ਸਕਦੇ ਹਾਂ ਭਾਈ, ਸ਼ੁਭ ਗੁਣਾਂ ਨੂੰ ਬਚਾ ਸਕਦੇ ਹਾਂ ਭਾਈ। ਕਿਵੇਂ ਜੀ? ਸਾਬਤ ਪੂੰਜੀ। ਕਿਵੇਂ ਜੀ? ਸਤਿਗੁਰ ਸੰਗ। ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਬਾਣੀ, ਬਸ ਇਹਦੇ ਨਾਲ ਜੁੜੋ ਤੇ ਸਮਝ ਲਓ ਸੰਗ ਹੀ ਹੈ ਮੇਰੇ ਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਮੇਰੇ ਨਾਲ ਸਦਾ ਕਿਵੇਂ ਹੈ? ਗੁਰੂ ਦਾ ਗਿਆਨ ਮੇਰੇ ਮਸਤਕ 'ਚ ਟਿਕ ਗਿਆ, ਮੈਂ ਆਪਣੀ ਮੱਤ ਦਾ ਮੱਥਾ ਟੇਕ ਦਿੱਤਾ, ਗੁਰੂ ਦੀ ਮੱਤ ਟਿਕਾ ਲਈ, ਗੁਰ ਪ੍ਰਸਾਦ ਪ੍ਰਾਪਤ ਕਰ ਲਿਆ। ਅੱਜ ਤੋਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਆ ਭਾਈ ਜਾਗਣ ਦਾ ਤਰੀਕਾ ਨਹੀਂ, ਸਾਰੀ ਦੁਨੀਆ ਸੁੱਤੀ ਪਈ ਆ, ਕੋਈ ਤਰੀਕਾ ਨਹੀਂ, ਬਾਹਰੋਂ ਕੋਈ ਟੀਕਾ ਨਹੀਂ, ਕੋਈ ਗੋਲੀ ਨਹੀਂ, ਕੋਈ ਦਵਾਈ ਨਹੀਂ। ਇਹ ਜਦੋਂ ਆਪਾਂ ਬਾਹਰਲੀ ਪੜ੍ਹਾਈ ਪੜ੍ਹਦੇ ਹਾਂ ਨਾ, ਇੱਕ ਵਾਰੀ ਪਤਾ ਨਹੀਂ ਕਿ ਸਾਰਿਆਂ ਦੇ ਆਉਂਦਾ ਕਿ ਨਹੀਂ, ਮੇਰੇ ਤਾਂ ਆਪ ਬਹੁਤ ਮਨ 'ਚ ਆਉਂਦਾ ਹੁੰਦਾ ਸੀ ਜਦੋਂ ਕੋਈ ਲੇਖ ਯਾਦ ਕਰਨਾ, ਜਾਂ ਯਾਰ ਕੋਈ ਐਸਾ ਤਰੀਕਾ ਹੋਵੇ ਇਹਨੂੰ ਘੋਲ ਘਾਲ ਕੇ ਪੀ ਲਈਏ, ਭਾਵੇਂ ਕੌੜਾ ਹੀ ਹੋ ਜਾਵੇ, ਆ ਜਾਵੇ, ਪਰ ਨਹੀਂ ਆਉਂਦਾ ਭਾਈ, ਨਹੀਂ ਆਇਆ। ਜੇ ਬਾਹਰਲੀ ਪੜ੍ਹਾਈ ਨਹੀਂ ਆਈ, ਉਹਦੇ ਵਾਸਤੇ ਸਮਾਂ ਕੱਢਣਾ ਪਿਆ, ਇੰਨੀ ਮਿਹਨਤ ਕੀਤੀ ਬੱਚਿਆਂ 'ਤੇ, ਇੰਨਾ ਪੈਸਾ ਲਾਇਆ, ਤੇ ਫਿਰ ਇੱਧਰਲੇ ਪਾਸੇ ਮਨ ਰੂਪੀ ਬੱਚਿਆਂ ਨੂੰ ਵੀ ਪੜ੍ਹਾਉਣਾ ਸੀ ਭਾਈ। ਅਸੀਂ ਭੁੱਲੇ ਹੋਏ ਹਾਂ। ਗੁਰੂ ਦੇ ਨਾਲ ਦੁਬਾਰੇ ਜੁੜ ਜਾਈਏ, ਸਤਿਗੁਰੂ ਦਾ ਸੰਗ ਕਰੀਏ, ਸੱਚੇ ਗਿਆਨ ਨਾਲ ਜੁੜੀਏ, ਤੇ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਪੰਜਵੇਂ ਨਾਨਕ ਜੀ ਫਰਮਾਨ ਕਰ ਰਹੇ ਆ ਭਾਈ, ਜਾਗ ਪੈਂਦੇ ਆ ਤੇ ਪਾਰ ਬ੍ਰਹਮ ਦਾ ਰੰਗ ਚੜ੍ਹ ਜਾਂਦਾ। ਕਿੰਨਾ? ਤੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਆ, ਕਿਉਂਕਿ ਗੁਰੂ ਨੇ ਨਿਭਾਉਣਾ। ਗੁਰਬਾਣੀ ਸਾਡੀ ਮਾਂ, ਇਹਨੇ ਲਿਬੜਿਆ ਤਿਬੜਿਆ ਪੁੱਤ ਸੱਥ 'ਚ ਬੈਠੇ ਚਿੱਟੇ ਕੱਪੜੇ ਪਾਈ ਪਿਤਾ ਦੀ ਬੁੱਕਲ 'ਚ ਨਹੀਂ ਬੈਠ ਸਕਦਾ। ਸਿਆਣੀ ਮਾਂ ਕੀ ਕਰੇਗੀ? ਉਹਨੂੰ ਨਵਾਵੇਗੀ, ਧਮਾਵੇਗੀ, ਸੋਹਣੇ ਕੱਪੜੇ ਪਾਵੇਗੀ, ਸਾਫ਼ ਕਰੇਗੀ, ਜਾ ਪੁੱਤ ਹੁਣ ਪਿਓ ਦੀ ਬੁੱਕਲ 'ਚ, ਤੇ ਪਿਓ ਵੀ ਕਹੇਗਾ ਆ ਜਾ ਮੇਰਾ ਪੁੱਤ। ਇਸ ਕਰਕੇ ਗੁਰਬਾਣੀ ਸਾਡੀ ਮਾਂ ਮਨ ਰੂਪੀ ਪੁੱਤਰ ਨੂੰ ਅਗਰ ਨਿਭਾ ਦੇਵੇ, ਅਗਰ ਸਵਾਰ ਦੇਵੇ, ਤੇ ਪ੍ਰਮਾਤਮਾ ਪੁੱਤਰ ਕਹਿਣਗੇ ਆ ਜਾ ਭਾਈ। ਅਗਰ ਨਾ ਸਬਰਿਆ, ਨਾ ਗੁਰਬਾਣੀ ਨਾਲ ਜੁੜੇ, ਫਿਰ ਲਿਬੜੇ ਹੋਏ ਮੈਂ ਝੂਠ ਦੀ ਪੰਡ ਆ ਤੇ ਰੱਬ ਆ ਸੱਚ ਦੀ ਪੰਡ। ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਜਾਗਤ ਰੂਪ ਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੇ ਮੈਂ ਸੁੱਤਾ ਪਿਆ। ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਪੰਜਵੇਂ ਨਾਨਕ ਜੀ ਕਹਿੰਦੇ ਬਈ ਪੰਜਵੇਂ ਆਪਣੇ ਪਾਰ ਬ੍ਰਹਮ ਪਰਮਾਤਮਾ ਦਾ ਰੰਗ ਚੜ੍ਹ ਜਾਂਦਾ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਉਹ ਸੂਰਮੇ ਬਣ ਜਾਂਦੇ ਆ ਭਾਈ। ਸੋ ਜਾਗੈ ਜਿਸ ਪ੍ਰਭ ਕਿਰਪਾਲ। ਪਰ ਇੱਥੇ ਆ ਸ਼ਰਤ ਲੱਗ ਗਈ ਭਾਈ, ਹਰੇਕ ਦੇ ਵੱਸ ਦਾ ਰੋਗ ਨਹੀਂ। ਦੇਖੋ ਆਪਾਂ ਬਹੁਤ ਕਰਮਾਂ ਵਾਲੇ ਆ, ਬਹੁਤ ਭਾਗਾਂ ਵਾਲੇ ਆ। ਸਾਡੀਆਂ ਸੁੱਤੀਆਂ ਹੋਈਆਂ ਰੂਹਾਂ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਰੂਹਾਂ ਨੂੰ ਜਗਾਉਣਾ ਚਾਹੁੰਦੇ ਆ, ਕਿਉਂਕਿ ਅਸੀਂ ਸਾਰੇ ਪਰਮਾਤਮਾ ਦੇ ਪੁੱਤਰ, ਪੁੱਤ ਧੀਆਂ ਕਹਿ ਲਈਏ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹ ਸਾਨੂੰ ਕੋਈ ਪਿਓ ਆਪਣੇ ਪੁੱਤ ਨੂੰ ਵਿਗੜਿਆ ਹੋਇਆ ਦੇਖਣਾ ਨਹੀਂ ਚਾਹੁੰਦਾ ਹੁੰਦਾ। ਉਹ ਆਪਣੇ ਗੁਰਸਿੱਖ ਸਾਡੇ ਤੱਕ ਭੇਜਦਾ ਪਰਮਾਤਮਾ, ਪਰ ਅਸੀਂ ਹਉਮੈ ਦੇ ਕਾਰਨ ਉਹਨਾਂ ਗੁਰਸਿੱਖਾਂ ਦੇ ਹੀ ਪਿੱਛੇ ਪੈ ਜਾਂਦੇ ਆ ਜਿਹੜੇ ਸਾਨੂੰ ਜਗਾਉਣਾ ਚਾਹੁੰਦੇ ਆ। ਇਹ ਸਾਡੀ ਅਗਿਆਨਤਾ ਦਾ ਕਾਰਨ ਆ ਭਾਈ। ਸੋ ਜਾਗੈ, ਉਹ ਜਾਗ ਸਕਦੇ ਆ, ਅਸੀਂ ਜਾਗ ਸਕਦੇ ਆ ਜਿਸ ਪ੍ਰਭ ਕਿਰਪਾਲ। ਪ੍ਰਭੂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਮਨੁੱਖ ਨੂੰ ਗੁਰੂ ਮਿਲਦਾ। ਇਹ ਪਹਿਲੀ ਨਿਸ਼ਾਨੀ ਹੈ ਮਨੁੱਖ ਦੀ, ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੀ ਪਹਿਲੀ ਨਿਸ਼ਾਨੀ ਹੈ ਮਨੁੱਖ ਗੁਰੂ ਨਾਲ ਜੁੜਦਾ। ਫਿਰ ਇੱਥੋਂ ਅੱਗੇ ਦੇ ਅੱਗੇ ਸਵਰਨਾ ਸ਼ੁਰੂ ਹੋ ਜਾਂਦਾ। ਇਹ ਪੂੰਜੀ ਸਾਬਤ ਧਨ ਮਾਲ, ਜਿਹੜਾ ਗੁਰੂ ਨਾਲ ਜੁੜ ਜਾਂਦਾ, ਜਿਹੜਾ ਗਿਆਨ ਲੈ ਲੈਂਦਾ, ਜਿਹੜਾ ਗੁਰੂ ਦੇ ਤਿੱਖੇ ਤੀਰ ਝੱਲ ਲੈਂਦਾ, ਉਹ ਜਾਗਰਤ ਅਵਸਥਾ ਦੇ ਵਿੱਚ ਹੋ ਜਾਂਦਾ, ਤੇ ਉਹ ਆਪਣੀ ਪੂੰਜੀ ਜਿਹੜੀ ਹੈ ਸ਼ੁਭ ਗੁਣਾਂ ਨੂੰ ਉਹ ਸੰਭਾਲ ਲੈਂਦਾ। ਰਹਾਓ ਦੂਜਾ, ਪਹਿਲਾਂ ਸੀ ਵੀ ਕਿਵੇਂ ਸੰਭਾਲੀਏ ਪਹਿਲੀ ਰਹਾਓ 'ਚ, ਦੂਜੀ ਰਹਾਓ 'ਚ ਆ ਵੀ ਜਿਹੜਾ ਭਾਈ ਗੁਰੂ ਨਾਲ ਜੁੜ ਗਿਆ, ਗੁਰੂ ਨਾਲ ਜੁੜ ਕੇ ਅੰਦਰੋਂ ਜਾਗ ਪਿਆ, ਉਹਨੇ ਸਮਝ ਲਓ ਆਪਣੀ ਪੂੰਜੀ ਸਾਂਭ ਲਈ, ਰੱਖ ਲਈ, ਉਹ ਬਚ ਗਿਆ। ਨਹੀਂ ਤਾਂ ਜਿਹੜੀ ਆ ਕਲਯੁਗ ਦੀ ਚੱਕੀ ਦੇ ਵਿੱਚ ਪੀਸਿਆ ਗਿਆ। ਬਚਣਗੇ ਉਹ, ਸਮਾਂ ਬਹੁਤ ਭਿਆਨਕ ਆ ਰਿਹਾ ਗੁਰਮੁਖ ਪਿਆਰਿਓ।
ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਰਿਹਾ। ਹੱਥ ਜੋੜ ਕੇ ਮੇਰੀ ਬੇਨਤੀ ਆ, ਜਿਹੜੇ ਕਿੱਲੀ ਨਾਲ ਜੁੜ ਗਏ ਦਾਣੇ ਉਹੀ ਬਚਣਗੇ। ਕਿੱਲੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਈਏ, ਬਾਣੀ ਨਾਲ ਜੁੜ ਜਾਈਏ, ਤਾਂ ਕਿ ਸਾਡੀ ਜਿਹੜੀ ਸੁੱਤੀ ਹੋਈ ਆਤਮਾ ਨਾ ਇਹ ਜਾਗ ਪਵੇ, ਅਸੀਂ ਜਾਗਰਤ ਅਵਸਥਾ ਦੇ ਵਿੱਚ ਹੋਈਏ। ਸੁੱਤਿਆਂ ਪਿਆਂ ਦਾ ਦਿਨ ਤਾਂ ਰਾਤ ਤਾਂ ਐਵੇਂ ਹੀ ਲੰਘ ਜਾਂਦੀ ਹੈ ਭਾਈ। ਦਿਨ ਜਾਗਦੇ ਦਿਨ ਦੇ ਵਿੱਚ ਮਨੁੱਖ ਬਹੁਤ ਸਾਰੇ ਕੰਮ ਕਰ ਲੈਂਦਾ। ਇਸ ਕਰਕੇ ਅਸੀਂ ਜਾਗ ਪਈਏ ਤਾਂ ਬਹੁਤ ਸਾਰੇ ਅੰਦਰਲੇ ਕਾਰਜ ਕਰ ਸਕਦੇ ਹਾਂ। ਸਾਡਾ ਆਤਮਾ ਅਤੇ ਪ੍ਰਮਾਤਮਾ ਦਾ ਮਿਲਾਪ ਹੋ ਸਕਦਾ। ਸਤਿਗੁਰ ਕੇ ਜਨਮੈ ਗਬਨ ਮਟਾਇਆ ਵਾਲਾ ਕਾਰਜ ਹੋ ਸਕਦਾ। ਬਸ ਅੱਜ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਜਗਾਉਣਾ ਚਾਹਿਆ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ, ਸਾਡੇ ਸਾਰਿਆਂ ਦੇ ਮਨ 'ਤੇ ਇਹ ਸ਼ਬਦ ਲੱਗ ਜਾਵੇ, ਤਾਂ ਕਿ ਅਸੀਂ ਹੌਲੀ ਹੌਲੀ ਸੁਰਤ ਫੜੀਏ, ਜਾਗਣ ਦੀ ਕੋਸ਼ਿਸ਼ ਕਰੀਏ। ਜੇ ਜਾਗ ਪਏ ਤਾਂ ਬਸ ਜੀਵਨ ਸਫਲ ਆ। ਆਓ ਇੱਕ ਵਾਰੀ ਫੇਰ ਸਾਰੇ ਸ਼ਬਦ ਨੂੰ ਸਰਵਣ ਕਰੀਏ ਜੀ, ਕਿਉਂਕਿ ਗੁਰਮੁਖ ਪਿਆਰਾ ਮੈਨੂੰ ਯਾਦ ਆ ਗਿਆ, ਸਾਹਮਣੇ ਬੈਠਾ ਹੀ ਕਹਿੰਦਾ ਹੁੰਦਾ ਵੀ ਇੱਕ ਵਾਰੀ ਖੀਰ ਦੇ ਵਿੱਚ ਵੀ ਸ਼ਬਦ ਆ ਜਿਹੜਾ ਪੜ੍ਹਦਿਆ ਕਰੀਏ ਜੀ। ਆਓ ਸਰਵਣ ਕਰੀਏ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਬਸਤ ਉਹ ਆਪਣੀ ਲਹੈ ਰਹਾਉ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਮੁਸਨਹਾਰ ਪੰਚ ਬਟਬਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ। ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਓਏ ਦੁਸ਼ਟ ਬਸ ਹੋਤੇ। ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਬ ਨਿਧਾਨ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਰਹਾਉ ਦੂਜਾ ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਰਹਾਉ ਦੂਜਾ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਸਮੁੰਦਰ ਦੀ ਨਿਆਈ ਹੈ। ਮੱਤ ਇੱਕ ਬੂੰਦ ਕਿ ਜਿੰਨੀ ਹੈ। ਇੱਕ ਬੂੰਦ ਸਮੁੰਦਰ ਦਾ ਵਿਖਿਆਨ ਕਿਵੇਂ ਕਰ ਸਕਦੀ ਹੈ। ਸੋ ਜਿੰਨੀ ਕੁ ਬੁੱਧੀ ਸੀ, ਜਿੰਨੀ ਕੁ ਸਮਝ ਸੀ, ਉਸ ਦੇ ਮੁਤਾਬਕ ਹੀ ਆਪਾਂ ਸ਼ਬਦ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।